ਤੇ ਸਾਰੇ ਮੁੱਦਿਆਂ ਦੇ ਸਹਿਮਤੀ ਕਿਉਂ ਨਹੀਂ ਬਣ ਸਕੀ। ਇਲੈਕਸ਼ਨ ਬੜੀ ਨਜ਼ਦੀਕ ਹੈ। ਹਾਲਾਂਕਿ ਚਰਚਾਵਾਂ ਕਈ ਨੇ ਕਿ ਮੁੱਖ ਮੰਤਰੀ ਨੇ ਕਿਹਾ ਕਿ ਉਹ ਮੰਗਾਂ ਸਾਡੇ ਤੱਕ ਰੱਖਿਓ ਜਿਹੜੀਆਂ ਅਸੀਂ ਪੂਰੀਆਂ ਕਰ ਸਕਦੇ ਹੋਈਏ, ਪਰ 2017 ਦੇ ਚੋਣ ਮਨੋਰਥ ਪੱਤਰ ਦੇ ਮਾਇਨੇ ਕੀ ਨੇ ਜਾਂ ਫਿਰ ਕਿਸਾਨ ਲੀਡਰਾਂ ਵੱਲੋਂ ਰੱਖੀਆਂ ਪੰਜਾਬ ਦੀ ਸਰਕਾਰ ਸਾਹਮਣੇ ਮੰਗਾਂ ਹਾਲਾਂਕਿ ਵੱਡੀ ਗਿਣਤੀ ਵਿੱਚ ਪੂਰੀਆਂ ਵੀ ਕਰ ਲਈਆਂ ਗਈਆਂ ਨੇ, ਜਿਨ੍ਹਾਂ ਨੂੰ ਪੂਰਾ ਕਰਨ ਦਾ ਵਾਅਦਾ ਮੁੜ ਤੋਂ ਕੀਤਾ ਜਾ ਰਿਹਾ। ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਤੇ ਕਿਸਾਨ ਲੀਡਰ ਸਾਡੇ ਨਾਲ ਇਸ ਚਰਚਾ ਜੁੜੇ ਨੇ। ਕਾਂਗਰਸ ਤੋਂ ਸਾਡੇ ਨਾਲ ਦਿਲਜੀਤ ਗਿਲਜ਼ੀਆਂ ਜੀ ਤੁਹਾਡਾ ਇਸਤਕਬਾਲ ਕਰਦੇ ਹਾਂ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਨੀਲ ਗਰਗ ਜੀ ਤੁਹਾਡਾ ਸਵਾਗਤ ਹੈ, ਤੁਸੀਂ ਚਰਚਾ 'ਚ ਸਾਡੇ ਨਾਲ ਜੁੜੇ ਹੋ। ਆਰਪੀਐਸ ਮੈਨੀ ਸ਼੍ਰੋਮਣੀ ਅਕਾਲੀ ਦਲ ਤੋਂ ਸਪੋਕਸਪਰਸਨ ਨੇ ਜਨਾਬ ਜੀ ਆਇਆਂ ਨੂੰ। ਬੀਜੇਪੀ ਤੋਂ ਸਾਡੇ ਨਾਲ ਅਮਿਤ ਅਰੋੜਾ ਦੀਵਾਨ ਜੀ ਤੁਹਾਡਾ ਵੀ ਅਸੀਂ ਸਵਾਗਤ ਕਰਦੇ ਹਾਂ, ਤੁਸੀਂ ਚਰਚਾ 'ਚ ਸਾਡੇ ਨਾਲ ਜੁੜੇ ਹੋ। ਤੇ ਪ੍ਰੇਮ ਸਿੰਘ ਭੰਗੂ ਕਿਸਾਨ ਲੀਡਰ ਨੇ, ਤੁਹਾਡਾ ਵੀ ਅਸੀਂ ਸਵਾਗਤ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਭੰਗੂ ਸਾਹਿਬ ਤੁਹਾਡੇ ਤੋਂ ਹੀ ਸਵਾਲ ਬਣਦਾ ਹੈ ਜੀ, ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਦੇ ਮਾਇਨੇ ਕੀ ਦੇਖੀਏ? ਕੀ ਸਾਰਥਕ ਮੀਟਿੰਗ ਹੋਈ ਹੈ? ਜੇ ਸਾਰਥਕ ਮੀਟਿੰਗ ਅੰਦਰ ਹੋਈ ਹੈ ਤਾਂ ਬਾਹਰ ਆ ਕੇ ਇਤਰਾਜ਼ ਜਿਹੜੇ ਪ੍ਰਗਟ ਕੀਤੇ ਗਏ ਹੈ ਕਿ ਪੂਰਨ ਕਰਜ਼ ਮਾਫੀ ਤੇ ਕਿਸਾਨਾਂ ਨੂੰ ਸਹਿਮਤੀ ਪ੍ਰਗਟ ਹੁੰਦੀ ਨਹੀਂ ਦਿਖਾਈ ਦੇ ਰਹੀ, ਉਹਦੇ ਬਿਆਨ ਦੇ ਮਾਇਨੇ ਕੀ ਨੇ ਸਰ? देखो जी, इस तरह है, कर्ज माफी किसानों ਲਈ ਬਹੁਤ ਵੱਡਾ ਸਵਾਲ ਹੈ ਜੀ। ਇੱਥੇ ਜਿਹੜੀ ਸੰਕਟ ਦਾ ਇੱਕ ਮੁੱਖ ਲੱਛਣ ਹੈ ਕਿ ਕਿਸਾਨ ਦਾ ਕਰਜ਼ੇ ਥੱਲੇ ਲੇਟੈਸਟ ਰਿਪੋਰਟ ਆਈ ਹੈ ਸਰਕਾਰੀ ਰਿਪੋਰਟ, ਜਿਸ ਦੇ ਵਿੱਚ ਕਿਹਾ ਹੈ ਕਿ 47,000 ਰੁਪਏ ਪਰ ਪਰਸਨ ਕਰਜ਼ਾ ਵਧ ਕੇ ਕਿਸਾਨਾਂ ਦਾ 74,000 ਰੁਪਏ ਪਰ ਪਰਸਨ ਹੋ ਗਿਆ। ਇੱਕ ਪਾਸੇ ਸਰਕਾਰ ਕਹਿੰਦੀ ਹੈ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਖੇਤੀਬਾੜੀ ਸੁਧਾਰ ਵੀ ਹੋ ਰਹੇ ਹਨ, ਆਮਦਨ ਦੁੱਗਣੀ ਕਰਨੀ ਹੈ, ਪਰ ਪੰਜਾਬ ਜਿਹੜੀ ਪ੍ਰੋਸਪਰਸ ਸਟੇਟ ਉਹਦੀ ਹਾਲਤ ਇਹ ਹੈ। ਇਲੈਕਸ਼ਨ ਮੈਨੀਫੈਸਟੋ ਜਿਹੜਾ ਕਾਂਗਰਸ ਪਾਰਟੀ ਦਾ ਸੀ ਉਹਦੇ ਵਿੱਚ ਕੈਟੇਗੋਰੀਕਲੀ ਟੋਟਲ ਕਰਾਂਗੇ, ਉਹਦੇ ਵਿੱਚ ਇਹ ਨਹੀਂ ਹੈ ਛੋਟਾ ਵੱਡਾ ਕਿਸ਼ਤਾਂ ਹੋਰ ਟੋਟਲ ਕਰਜ਼ੇ ਲੀਕ ਮਾਰਾਂਗੇ। ਅੱਜ ਜਦੋਂ ਇਹ ਬਿਲਕੁਲ ਮੁੱਖ ਤੌਰ ਤੇ ਗੱਲ ਰੱਖੀ ਤਾਂ ਮੁੱਖ ਮੰਤਰੀ ਸਾਹਿਬ ਇਹ ਕਹਿ ਕੇ ਪੱਲਾ ਛਡਾ ਗਏ ਕਿ ਇਸ ਬਾਰੇ ਤਾਂ ਜੇ ਹੋਰ ਸੋਚਣਾ ਪਏਗਾ ਸਰਕਾਰ ਨੂੰ, ਆਪਾਂ ਫਿਰ ਕਿਸੇ ਅਗਲੀ ਮੀਟਿੰਗ ਵਿਚਾਰਾਂਗੇ। ਤਾਂ ਅਸੀਂ ਕਿਹਾ ਵੀ ਕਰਜ਼ਾ ਤਾਂ ਵੱਧ ਰਿਹਾ ਹਰ ਰੋਜ਼, 90,000 ਕਰੋੜ ਸੀ ਹੁਣ 1.25 ਲੱਖ ਕਰੋੜ ਹੋ ਗਿਆ, ਇਸ ਤੋਂ ਵੀ ਵੱਧ ਹੋਣਾ, ਹਰ ਰੋਜ਼ ਵੱਧ ਰਿਹਾ, ਵਿਆਜ ਵੱਧ ਹੈ ਤੇ ਸਰਕਾਰ ਦੇ ਦਿਨ ਵੀ ਬੜੇ ਥੋੜੇ ਨੇ। 4.5 ਸਾਲਾਂ 'ਚ ਤੁਸੀਂ ਵਿਚਾਰਿਆ ਨਹੀਂ, ਹੁਣ ਹਫ਼ਤੇ 10 ਦਿਨ ਦੇ ਵਿੱਚ ਐਡਾ ਵੱਡਾ ਤੁਹਾਡੇ ਪਾਸ ਕੋਈ ਬਹੁਤ ਇਹਦੇ ਰਿਸੋਰਸਿਸ ਵੀ ਨਹੀਂ, ਕੋਈ ਫੰਡ ਐਲੋਕੇਸ਼ਨ ਕਿੱਥੋਂ ਆਈ, ਕੀ ਬਜਟ ਹੋਏਗਾ, ਇਹ ਸਾਰੀਆਂ ਗੱਲਾਂ ਸੇ ਰੱਖੀਆਂ, ਪਰ ਇਸ ਬਾਰੇ ਸਰਕਾਰ ਨੌਨ ਕਮਿਟਲ ਸੀ, ਜਿਹੜਾ ਮੇਜਰ ਇਸ਼ੂ ਸੀ। ਮੁੱਖ ਮੰਤਰੀ ਸਾਹਿਬ ਨੇ ਭੰਗੂ ਸਾਹਿਬ ਕੋਈ ਸੰਕੇਤ ਦਿੱਤਾ ਕਿ ਅਸੀਂ ਕਰਜ਼ਾ ਮਾਫ ਕਰ ਸਕਦੇ ਹਾਂ ਜਾਂ ਸਰਕਾਰ ਨੂੰ ਸੋਚਣ ਦਿਓ, ਕੋਈ ਇਸ ਵਿਸ਼ੇ ਤੇ ਗੱਲਬਾਤ ਹੋਈ ਹੈ? ਨਹੀਂ, ਜੋ ਕਹਿੰਦੇ ਨੇ ਸਰਕਾਰ ਨੇ ਸੋਚਣਾ ਇਸ ਬਾਰੇ, ਅਜੇ ਇਸ ਦੀ ਕੋਈ ਬਾਕੀ ਮੰਗਾਂ ਤੇ ਸਹਿਮਤੀ ਬਣ ਚੁੱਕੀ ਹੈ, ਕਿੱਥੋਂ ਫੰਡ ਆਉਣੇ ਨੇ। ਨਹੀਂ, ਬਾਕੀ ਮੁੱਦੇ ਤੇ ਪਾਰਟ ਲਈ ਹੈ, ਬਾਕੀ ਮੁੱਦੇ ਬਹੁਤੇ ਇਹੋ ਜਿਹੇ ਸੀ ਜਿਹਦੇ ਵਿੱਚ ਸਰਕਾਰ ਦਾ ਲੱਗਣਾ ਕੁਝ ਨਹੀਂ, ਜਿਵੇਂ ਕੇਸ ਵਾਪਸ ਕਰਨੇ ਨੇ, ਸਰਕਾਰ ਦਾ ਕਿਹੜਾ ਕੋਈ ਫਾਈਨੈਂਸ਼ੀਅਲ ਖਰਚਾ ਹੋਣਾ ਵਾਸਤੇ ਜਾਂ ਕੋਈ ਮੋਨਿਟਰੀ ਖਰਚਾ ਵਾਸਤੇ ਕੁਝ ਵੀ ਨਹੀਂ ਹੈ। ਸਰਕਾਰ ਨੇ ਕੇਸ ਦਰਜ ਕੀਤੇ ਨੇ, ਉਹਨਾਂ ਨੇ ਕੇਸ ਵਾਪਸ ਲੈ ਲੈਣੇ। ਇੱਕ ਮਟੀਰੀਅਲ ਗੱਲ ਜ਼ਰੂਰ ਹੋਈ ਹੈ ਕਿ ਜੋ ਨਰਮੇ ਵਾਲਾ ਗੁਲਾਬੀ ਸੁੰਡੀ ਵਾਲਾ ਸੀ ਨਾ 12,000 ਰੁਪਇਆ, ਜਿਹੜਾ ਮਿਨੀਮਮ ਸੈਂਟਰ ਸਰਕਾਰ ਤੈਅ ਕਰਦੀ ਸੀ, ਉਹ ਇਹ ਕਹਿੰਦੇ ਵੀ ਅਸੀਂ ਨਵਾਂ ਕ੍ਰਾਈਟੇਰੀਆ ਫਿਕਸ ਕਰ ਲਿਆ ਵੀ 17,000 ਰੁਪਏ ਕਰ ਦੇਵਾਂਗੇ। ਸਾਡੀ ਮੰਗ ਤਾਂ 50,000 ਰੁਪਏ ਸੀ। ਉਹਦੇ ਵਿੱਚ ਮਜ਼ਦੂਰਾਂ ਲਈ ਵੀ ਜਿਹੜੇ ਨਰਮੇ ਦੀ ਚੁਣਾਈ ਕਰਦੇ ਆ ਉਹਨਾਂ ਲਈ ਵੀ ਉਹਨਾਂ ਨੇ ਕਿਹਾ ਕਿ ਅਸੀਂ 10% ਉਹਨਾਂ ਨੂੰ ਵੀ ਦੇਵਾਂਗੇ। ਇਹ ਇੱਕ ਗੱਲ ਜ਼ਰੂਰ ਹੋਈ ਹੈ। ਇੱਕ ਸਿਗਨੀਫਿਕੈਂਟ ਗੱਲ ਹੋਰ ਹੋਈ ਹੈ, ਉਹ ਪਾਲਿਸੀ ਮੈਟਰ ਦੀ ਹੈ। ਕਿਸਾਨਾਂ ਦੀ ਬੜੀ ਦੇਰ ਤੋਂ ਮੰਗ ਹੈ ਵੀ ਜਿਸ ਤਰ੍ਹਾਂ ਮੁਲਾਜ਼ਮ ਰਿਟਾਇਰ ਹੁੰਦੇ ਨੇ ਉਹਨਾਂ ਨੂੰ 60 ਸਾਲ ਤੋਂ ਬਾਅਦ ਪੈਨਸ਼ਨ ਲੱਗ ਜਾਂਦੀ ਹੈ। ਕਿਸਾਨ ਸਾਰੀ ਉਮਰ ਕੰਮ ਕਰਦਾ, ਉਸਦਾ ਪਰਿਵਾਰ ਕੰਮ ਕਰਦਾ ਹੈ, 60 ਸਾਲ ਦਾ 65 ਸਾਲ ਦਾ ਹੋ ਜਾਂਦਾ ਹੈ, ਕੋਈ ਸੋਸ਼ਲ ਸਿਕਿਉਰਿਟੀ ਨਹੀਂ, ਬੱਚੇ ਉਹਦੀ ਦੇਖਭਾਲ ਨਹੀਂ ਕਰਦੇ। ਇਸ ਲਈ ਐਜ਼ ਏ ਸੋਸ਼ਲ ਸਿਕਿਉਰਿਟੀ ਤੁਸੀਂ 10,000 ਰੁਪਏ ਉਸਦੀ ਪੈਨਸ਼ਨ ਲਾਓ। ਠੀਕ ਹੈ, ਉਹ ਕਹਿੰਦੇ ਇਨ ਪ੍ਰਿੰਸੀਪਲ ਅਸੀਂ ਐਗਰੀ ਕਰਦੇ ਹਾਂ, ਪਰ ਸਰਕਾਰ ਕਿਸਾਨਾਂ ਨਾਲ ਮੀਟਿੰਗ ਕਰਕੇ ਇਸ ਦੇ ਮੁਕੰਮਲ ਮੀਟਿੰਗ ਤੇ ਇਸ ਨੂੰ ਨਿਰਭਰ ਕਰ ਦਿੱਤਾ ਗਿਆ ਹੈ। ਗਿਲਜ਼ੀਆਂ ਸਾਹਿਬ ਕੀ ਲੱਗਦਾ ਹੈ ਪੂਰਨ ਕਰਜ਼ ਮੁਆਫੀ ਤੇ ਸਰਕਾਰ ਦਾ ਸਟੈਂਡ ਹੈ ਕੀ ਹੈ? ਦੇਖੋ, ਪੂਰਨ ਕਰਜ਼ ਮਾਫੀ ਤਾਂ ਅਜੇ ਤੱਕ। ਠੀਕ ਹੈ ਭੰਗੂ ਸਾਹਿਬ, ਮੈਂ ਆਉਂਗਾ ਤੁਹਾਡੇ ਕੋਲ। ਸਾਡੇ ਨਾਲ ਦਿਲਜੀਤ ਗਿਲਜ਼ੀਆਂ ਜੀ ਕਾਂਗਰਸ ਤੋਂ ਸਪੋਕਸਪਰਸਨ ਨੇ, ਮੈਂ ਉਹਨਾਂ ਦਾ ਪੱਖ ਲੈ ਲਾ। ਗਿਲਜ਼ੀਆਂ ਸਾਹਿਬ, ਪੂਰਨ ਕਰਜ਼ ਮੁਆਫੀ ਤੇ ਨਵੀਂ ਬਣੀ ਚੰਨੀ ਸਰਕਾਰ ਦਾ ਰੁਖ ਹੈ ਕੀ ਹੈ ਜੀ? ਪੋਜ਼ਿਟਿਵ ਜਾਂ ਫਿਰ ਹਲੇ ਸੋਚ ਵਿਚਾਰ ਹਲੇ ਹੋਰ ਚੱਲਣੀ ਹੈ? ਕ੍ਰਿਸ਼ਨ ਜੀ ਅੱਜ ਬੜੇ ਚੰਗੇ ਮਾਹੌਲ 'ਚ ਅੱਜ ਸਾਰੇ ਕਿਸਾਨ ਲੀਡਰਾਂ ਅਲੱਗ-ਅਲੱਗ ਯੂਨੀਅਨਸ ਨਾਲ ਮੀਟਿੰਗ ਹੋਈ ਹੈ ਜੀ।
18 ਮੰਗਾਂ ਸੀ ਉਹਨਾਂ ਕਿਸਾਨ ਯੂਨੀਅਨਸ ਦੀਆਂ ਤੇ 17 ਮੰਨ ਲਈਆਂ ਗਈਆਂ ਔਰ ਜਿਹੜੀ ਕਰਜ਼ੇ ਦੀ ਪੂਰਨ ਦੀ ਮੰਗ ਸੀ ਉੱਤੇ ਡੈਲੀਬਰੇਸ਼ਨਸ ਹੋਰ ਕਰਨੀਆਂ ਪੈਣਗੀਆਂ ਤੇ ਸੀਐਮ ਸਾਹਿਬ ਨੇ ਖੁਦ ਅਨਾਉਂਸ ਕੀਤਾ ਹੈ ਕਿ ਜਲਦ ਅਗਲੀ ਮੀਟਿੰਗ ਕਰਕੇ ਅਸੀਂ ਇਹਦੇ ਬਾਰੇ ਵੀ ਫੈਸਲਾ ਲੈ ਲਾਂਗੇ। ਤੇ ਪੂਰਨ ਇਸ ਤੋਂ ਕਰਜ਼ ਪਹਿਲਾਂ ਵੀ ਮੁਆਫੀ 5,500 ਕਰੋੜ ਤਾਂ ਸਟੇਟ ਮਾਫ ਕਰ ਹੀ ਚੁੱਕੀ ਹੈ। ਪੂਰਨ ਕਰਜ਼ ਮੁਆਫੀ ਤੇ ਸਹਿਮਤ ਕਿਸਾਨ ਨਹੀਂ ਹੋਏ। ਦਿਲਜੀਤ ਸਾਹਿਬ ਕੀ ਲੱਗਦਾ ਹੈ ਕਿ ਸਰਕਾਰ ਦੇ ਰਿਸੋਰਸਿਸ ਇੰਨੇ ਕਾਬਲ ਨੇ ਜਾਂ ਸਰਕਾਰ ਕੋਲ ਇੰਨਾ ਪੈਸਾ ਹੈ ਕਿ ਤੁਸੀਂ ਪੂਰਨ ਕਰਜ਼ਾ ਮਾਫ ਕਰ ਦਿਓਗੇ? ਬਿਲਕੁਲ ਇਹ ਸਰਕਾਰ ਆਪਣੀ ਕੈਲਕੂਲੇਸ਼ਨ ਲੈ ਕੇ ਆਊਗੀ, ਆਪਣੀ ਫਿਸਕਲ ਜਿਹੜੀ ਕੰਡੀਸ਼ਨ ਹੈ ਸਟੇਟ ਗਵਰਨਮੈਂਟ ਦੀ ਉਹ ਲੈ ਕੇ ਕਿਸਾਨਾਂ ਨਾਲ ਦੁਬਾਰਾ ਮੀਟਿੰਗ ਦਾ ਟਾਈਮ ਲਿਆ ਗਿਆ ਔਰ ਯੂਨੀਅਨਸ ਵੀ ਸਹਿਮਤ ਹੋਈਆਂ ਸੀ ਦੁਬਾਰਾ ਬੈਠ ਕੇ ਤੇ ਵਿਚਾਰ ਜਿਹੜਾ ਵੀ ਹੋਵੇ ਬੈਠ ਕੇ ਵਿਚਾਰ ਦੇ ਨਾਲ ਦੁਬਾਰਾ ਇਹਦਾ ਹੱਲ ਕੱਢਿਆ ਜਾਵੇ। ਠੀਕ ਹੈ। ਗਰ ਸਾਹਿਬ ਕੀ ਲੱਗਦਾ ਹੈ ਇਹ ਪੂਰਨ ਕਰਜ਼ ਮੁਆਫੀ ਇੰਜ ਲੱਗਦਾ ਕਿ ਸਰਕਾਰ ਦੇ ਗਲ 'ਚ ਸਾਫਾ ਪਿਆ ਹੋਇਆ ਕਿ ਗਲੇ ਦੀ ਹੱਡੀ ਬੰਨਣ ਨੂੰ ਤਿਆਰ ਹੈ? ਦੇਖੋ ਪਹਿਲਾਂ ਚੋਣ ਮਨੋਰਥ ਪੱਤਰ 'ਚ ਵਾਅਦੇ ਕੀਤੇ, ਫਿਰ ਬਿਆਨ ਆਉਂਦਾ ਹੈ ਕਿ ਪੂਰਨ ਕਰਜ਼ਾ ਮੁਆਫ ਤਾਂ ਬਹੁਤ ਵੱਡੀ ਗੱਲ ਹੋ ਜਾਏਗੀ। ਇਹ ਤਾਂ ਬਹੁਤ ਔਖੀ ਗੱਲ ਹੈ, ਪੰਜਾਬ ਤਾਂ ਪਹਿਲਾਂ ਹੀ ਕਰਜ਼ਾਈ ਹੈ। देखो कृष्ण जी गल ये हैगी है कि 2017 ਦੀਆਂ ਚੋਣਾਂ ਤੋਂ ਪਹਿਲਾਂ ਲਿਖਤੀ ਤੌਰ ਤੇ ਕਾਂਗਰਸ ਨੇ ਵਾਅਦਾ ਕੀਤਾ ਸੀ ਕਿਸਾਨਾਂ ਦੇ ਨਾਲ, ਚਾਹੇ ਤੁਹਾਡਾ ਸ਼ਾਹੂਕਾਰਾਂ ਦਾ ਕਰਜ਼ਾ ਹੈ, ਚਾਹੇ ਬੈਂਕਾਂ ਦਾ ਕਰਜ਼ਾ, ਚਾਹੇ ਸਹਿਕਾਰੀ ਸਭਾਵਾਂ ਦਾ ਕਰਜ਼ਾ ਹੈ। ਉਸ ਟਾਈਮ ਤੇ ਮੰਨਿਆ ਜਾਂਦਾ ਸੀ ਤਕਰੀਬਨ ਇਹ 90,000 ਕਰੋੜ ਰੁਪਏ ਦਾ ਕਰਜ਼ਾ ਉਸ ਪੂਰਨ ਤੌਰ ਤੇ ਮਾਫ ਕੀਤਾ ਜਾਊਗਾ। ਬਾਅਦ ਦੇ ਵਿੱਚ ਕੈਪਟਨ ਸਰਕਾਰ ਨੇ 4625 ਕਰੋੜ ਰੁਪਈਆ ਜਿਹੜਾ ਹੈਗਾ ਉਹ ਮਾਫ ਵੀ ਕੀਤਾ। ਪਰ ਜਿੱਦਾਂ ਭੰਗੂ ਸਾਹਿਬ ਵੀ ਦੱਸ ਰਹੇ ਨੇ ਬਿਲਕੁਲ ਸਹੀ, ਕਿਉਂਕਿ ਕਿਸਾਨਾਂ ਨੂੰ ਜਦੋਂ ਉਮੀਦ ਸੀ ਕਿ ਇਹਨਾਂ ਨੇ ਲਿਖਤੀ ਤੌਰ ਤੇ ਵਾਅਦਾ ਕੀਤਾ ਹੈਗਾ ਤੇ ਇਹ ਮਾਫ ਕਰਨਗੇ, ਇਸ ਕਰਕੇ ਕਿਸੇ ਨੇ ਕਰਜ਼ਾ ਭਰਿਆ ਵੀ ਨਹੀਂ ਤੇ ਉਹ 90,000 ਕਰੋੜ ਦਾ ਕਰਜ਼ਾ ਵੱਧ ਕੇ ਅੱਜ ਤਕਰੀਬਨ 1.25 ਲੱਖ ਕਰੋੜ ਰੁਪਏ ਦਾ ਕਰਜ਼ਾ ਪੰਜਾਬ ਦੇ ਜੁਮੇ ਹੋ ਚੁੱਕਿਆ ਹੈਗਾ। ਲੇਕਿਨ ਸਾਰਿਆਂ ਤੋਂ ਵੱਡੀ ਪ੍ਰੋਬਲਮ ਇਹ ਹੈਗੀ ਹੈ ਕਿ ਜਿਹੜੀ ਪਿਛਲੇ ਜੇ 25-30 ਸਾਲ ਦੀ ਅਸੀਂ ਗੱਲ ਕਰੀਏ, ਜਿਹੜੇ ਲੀਡਰ ਇੱਥੇ ਰਹੇ ਜਿਨ੍ਹਾਂ ਨੇ ਸਰਕਾਰ ਨੂੰ ਚਲਾਇਆ, ਉਹਨਾਂ ਦੇ ਕਿਤੇ ਨਾ ਕਿਤੇ ਨੀਅਤ ਅਤੇ ਦੂਰ ਅੰਦੇਸ਼ੀ ਦੇ ਵਿੱਚ ਜਿਹੜੀ ਹੈ ਉਹ ਘੱਟ ਨਜ਼ਰ ਆਉਂਦੀ ਹੈ। ਦੂਰ ਅੰਦੇਸ਼ੀ ਦੀ ਤੁਸੀਂ ਜੇ ਇਸ ਸਰਕਾਰ ਦੀ ਵੀ ਅਸੀਂ ਗੱਲ ਕਰ ਲਈਏ, ਹੁਣ ਤੱਕ 2017 ਤੋਂ ਲੈ ਕੇ ਹੁਣ ਤੱਕ 5 ਜਿਹੜੇ ਬਜਟ ਇਹ ਪੇਸ਼ ਕਰ ਚੁੱਕੇ ਨੇ। ਕ੍ਰਿਸ਼ਨ ਜੀ ਤੁਸੀਂ ਵੀ ਜਾਣਦੇ ਹੋ ਔਰ ਵਿਧਾਨ ਸਭਾ ਨੂੰ ਤੁਸੀਂ ਕਵਰ ਕਰਦੇ ਰਹੇ ਹੋ, ਤੁਸੀਂ ਹਰ ਬਜਟ ਦੇ ਵਿੱਚ ਦੇਖੋਗੇ ਇਹਨਾਂ ਨੇ ਇੱਕ ਗੱਲ ਕੀਤੀ ਉੱਥੇ ਕਿ ਅਸੀਂ ਫਸਲ ਦੀ ਜਿਹੜੀ ਹੈ ਉਹ ਡਾਈਵਰਸੀਫਿਕੇਸ਼ਨ ਕਰਾਂਗੇ। ਤੁਸੀਂ ਦੇਖੋ ਲੇਕਿਨ ਦੂਸਰੇ ਬੰਨੇ ਜਿਹੜਾ ਅੱਜ ਪੰਜਾਬ ਹੈਗਾ ਉਹ 2.25 ਲੱਖ ਕਰੋੜ ਦੇ ਵਿੱਚ ਕਰਜ਼ੇ ਦੇ ਵਿੱਚ ਡੁੱਬਿਆ ਹੋਇਆ ਹੈਗਾ। ਜਿੰਨਾ ਪੰਜਾਬ ਦਾ ਰੈਵਨਿਊ ਹੈਗਾ ਉਹਦਾ 92% ਜਿਹੜਾ ਰੈਵਨਿਊ ਹੈ ਸਿਰਫ ਤਨਖਾਹਾਂ ਦੇ ਵਿੱਚ, ਪੈਨਸ਼ਨ ਦੇ ਵਿੱਚ, ਤੇ ਜਿਹੜਾ ਕਰਜ਼ਾ ਲਿਆ ਹੋਇਆ ਉਹਦਾ ਵਿਆਜ ਉਤਾਰਨ ਦੇ ਵਿੱਚ ਚਲਾ ਜਾਂਦਾ ਹੈ। ਇਹ ਅਸੀਂ ਤਾਂ ਪਿਛਲੇ 4.5 ਸਾਲ ਤੋਂ ਕਹਿ ਰਹੇ ਸੀ, ਹੁਣ ਤੇ ਇਹਨਾਂ ਦੇ ਆਪਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਇਹ ਗੱਲ ਨੂੰ ਕਹਿ ਰਹੇ ਨੇ। ਹੁਣ ਤੁਸੀਂ ਦੱਸੋ ਬਾਕੀ ਬਚਿਆ 8%, ਉਹ ਕੈਪੀਟਲ ਇਨਵੈਸਟਮੈਂਟ ਵਾਸਤੇ ਪੰਜਾਬ ਕੋਲੇ ਪੈਸਾ ਹੈ ਨਹੀਂ, ਔਰ ਉਹ ਜਿਹੜੇ 8% ਦੇ ਨਾਲ ਇਹ ਸਕੂਲਾਂ 'ਚ ਸੁਧਾਰ ਕਰਨ, ਹੈਲਥ ਕੇਅਰ ਸੁਧਾਰ ਕਰਨ, ਖੇਤੀ ਜਿਹੜਾ ਅਸੀਂ ਅਗਰੇਰੀਅਨ ਸਟੇਟ ਹੈਗੀਆਂ ਉਹਦੇ ਵਿੱਚ ਜਾ ਕੇ ਇਹ ਸੁਧਾਰ ਕਰਨ, ਉਹ ਇਹ ਕਰ ਨਹੀਂ ਸਕਦੇ। ਨੀਅਤ ਮੈਂ ਇਸ ਕਰਕੇ ਕਹਿਣਾ ਕਿ ਐਸਾ ਨਹੀਂ ਕਿ ਪੰਜਾਬ ਕੋਲੇ ਸੋਮੇ ਨਹੀਂ ਹੈਗੇ, ਪੰਜਾਬ ਕੋਲੇ ਸੋਮੇ ਹੈਗੇ ਆ, ਉਹ ਸੋਮਿਆਂ ਨੂੰ ਲੁੱਟਿਆ ਜਾ ਰਿਹਾ। ਉਹ ਪੈਸਾ ਜਿਹੜਾ ਖਜ਼ਾਨੇ 'ਚ ਆਉਣਾ ਚਾਹੀਦਾ ਸੀ ਉਹ ਖਜ਼ਾਨੇ ਦੀ ਬਜਾਏ ਪ੍ਰਾਈਵੇਟ ਹੱਥਾਂ ਦੇ ਵਿੱਚ ਉਹ ਜਾ ਰਿਹਾ ਹੈਗਾ। ਇਸ ਕਰਕੇ ਅੱਜ ਤੁਸੀਂ ਦੇਖੋ ਜੇ ਬਜਟ ਦੇ ਵਿੱਚ ਕਹਿੰਦੇ ਆ ਕਿ ਅਸੀਂ ਡਾਈਵਰਸੀਫਿਕੇਸ਼ਨ ਕਰਾਂਗੇ ਫਸਲਾਂ ਦੀ, ਤੇ ਬਜਟ 'ਚ ਕਹਿੰਦੇ ਕਿ 1000 ਜਾਨੀ ਕਿ ਏਕੜ ਦੀ ਅਸੀਂ ਕਰਾਂਗੇ, ਪੰਜਾਬ 12,500 ਤਾਂ ਪਿੰਡ ਹੀ ਹੈਗੇ। ਔਰ ਦੂਸਰੇ ਬੰਨੇ ਤੁਸੀਂ ਇਹਨਾਂ ਦੀ ਆਪਣੇ ਡਾਕੂਮੈਂਟ ਜਿਹੜਾ ਹੈਗਾ ਬਜਟ ਦੇ ਨਾਲ ਨਾਲ ਇਕਨੋਮਿਕ ਸਰਵੇ ਵੀ ਯਾਨੀ ਕਿ ਪੇਸ਼ ਕੀਤਾ ਜਾਂਦਾ ਹੈਗਾ। ਉਹ ਸਰਕਾਰੀ ਡਾਕੂਮੈਂਟ ਹੈ, ਮੈਂ ਆਪਣੇ ਕੋਲੋਂ ਗੱਲਾਂ ਨਹੀਂ ਕਹਿ ਰਿਹਾ, ਸਰਕਾਰ ਦੀਆਂ ਪੇਸ਼ ਕੀਤੀਆਂ ਹੋਈਆਂ ਗੱਲਾਂ ਨੇ। ਉਹਦੇ ਵਿੱਚ ਤੁਸੀਂ ਦੇਖੋਗੇ 2017 ਦਾ ਯਾਨੀ ਕਿ ਇਕਨੋਮਿਕਸ ਸਰਵੇ ਔਰ 2000 ਯਾਨੀ ਕਿ 21 ਵਾਲਾ ਇਕਨੋਮਿਕ ਸਰਵੇ, ਤੁਸੀਂ ਉਹਦੇ ਵਿੱਚ ਦੇਖੋਗੇ ਡਾਈਵਰਸੀਫਿਕੇਸ਼ਨ ਹੋਣ ਦੀ ਬਜਾਏ ਜਿਹੜੀ ਝੋਨੇ ਦਾ ਰਕਬਾ ਹੈਗਾ ਉਹ ਲਗਾਤਾਰ ਵਧਿਆ ਹੈਗਾ। ਪਰ ਗਰਗ ਸਾਹਿਬ ਦੇਖੋ ਡਾਈਵਰਸੀਫਿਕੇਸ਼ਨ ਕਰਨਾ ਇਹ ਸਰਕਾਰਾਂ ਦੀ ਇੱਕ ਇਖਲਾਕੀ ਜ਼ਿੰਮੇਵਾਰੀ ਹੈ, ਪਰ ਸਰਕਾਰਾਂ ਨੇ ਹਮੇਸ਼ਾ ਡਾਈਵਰਸੀਫਿਕੇਸ਼ਨ ਤੋਂ ਪੱਲਾ ਝਾੜਿਆ। ਸਾਡੇ ਨਾਲ ਦੀਵਾਨ ਜੀ ਜੁੜ ਚੁੱਕੇ ਨੇ, ਬੀਜੇਪੀ ਦੇ ਸਪੋਕਸਪਰਸਨ ਨੇ। ਅਰੋੜਾ ਸਾਹਿਬ ਤੁਹਾਡਾ ਸਵਾਗਤ ਹੈ, ਤੁਸੀਂ ਸਾਡੇ ਨਾਲ ਲੇਟ ਜੁੜੇ ਹੋ। ਪਰ ਪੰਜਾਬ ਦੀ ਸਰਕਾਰ ਦੇ ਕਰਜ਼ ਮਾਫੀ ਦੇ ਮੁੱਦੇ ਤੇ ਸਟੇਟਮੈਂਟ ਸਾਰਾ ਕਿਸਾਨਾਂ ਨਾਲ ਬੈਠਕ ਹੋਈ ਹੈ ਸਰ। ਬੀਜੇਪੀ ਕਦੋਂ ਦੇਖੋ ਕਿਸਾਨਾਂ ਦੀ ਸਾਰ ਲੈ ਰਹੀ ਹੈ। ਅੱਜ ਮੁੱਖ ਮੰਤਰੀ ਚੰਨੀ ਸਾਹਿਬ ਕੋਲ ਕਿਸਾਨ ਲੀਡਰ ਗਏ, 18 ਚੋਂ 17 ਮੰਗਾਂ ਮੰਨ ਲੀਆਂ ਗਈਆਂ। ਕਿਸ਼ਨ ਜੀ ਗੱਲ ਇਹ ਹੈ ਕਿ ਮੈਂ ਸਮਝਦਾ ਵਾਂ ਕਿ ਨਾ ਕਿਸਾਨਾਂ ਦੇ ਮੁੱਦੇ ਤੇ ਪੰਜਾਬ ਸਰਕਾਰ ਗੰਭੀਰ ਹੈ ਜੀ ਤੇ ਨਾ ਹੀ ਕਿਸਾਨ ਜਥੇਬੰਦੀਆਂ ਗੰਭੀਰ ਹੈ। ਤੁਸੀਂ ਦੇਖੋਗੇ ਪੰਜਾਬ ਦੇ 2 ਮੁੱਖ ਮੁੱਦੇ ਜਿਹੜਾ ਕਿ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਕਿਹਾ ਗਿਆ ਸੀ ਪੰਜਾਬ ਸਰਕਾਰ ਦੁਆਰਾ, ਇਸ ਤੋਂ ਪਹਿਲੇ ਜਿਹੜੇ ਮੁੱਖ ਮੰਤਰੀ ਸੀ ਉਹਨਾਂ ਦੁਆਰਾ, ਕੈਪਟਨ ਸਾਹਿਬ ਦੁਆਰਾ, ਕਿ ਦੇਖੋ ਜੀ ਘਰ ਘਰ ਨੌਕਰੀ ਦੇਵਾਂਗੇ। ਕਿ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀ ਮਿਲ ਗਈ, ਉਹਨਾਂ ਦੇ ਬੱਚਿਆਂ ਨੂੰ ਨੌਕਰੀ ਮਿਲ ਗਈ
ਇਹ ਮੁੱਦਾ ਅੱਜ ਕਿਸਾਨ ਜਥੇਬੰਦੀਆਂ ਨੇ ਕਿਉਂ ਨਹੀਂ ਉਠਾਇਆ ਪੰਜਾਬ ਸਰਕਾਰ ਦੇ ਅੱਗੇ। ਦੂਸਰੀ ਗੱਲ ਜਿਹੜੀ ਹੈ ਕਿ 90,000 ਕਰੋੜ ਦਾ ਕਰਜ਼ਾ ਮਾਫੀ, ਪੂਰਨ ਕਰਜ਼ਾ ਮਾਫੀ, ਇਸ ਇਸ਼ੂ ਤੋਂ ਬਿਨਾ ਕਿਉਂ ਕਿਸਾਨ ਉੱਠ ਕੇ ਆ ਗਏ? ਕੇਂਦਰ ਦੇ ਨਾਲ ਗੱਲਬਾਤ ਕਰਨ ਲੱਗਿਆ ਤਾਂ ਪਲੇ ਕਾਰਡਸ ਦਿਖਾਉਂਦੇ ਆ ਕਿ ਦੇਖੋ ਜੀ ਅਸੀਂ ਮਰਾਂਗੇ ਜਾਂ ਜਿੱਤਾਂਗੇ, ਤੇ ਪੰਜਾਬ ਸਰਕਾਰ ਅੱਗੇ ਜਿਹੜਾ ਆ ਮੂੰਹ 'ਚ ਲੱਡੂ ਪਾਉਣ ਲਈ ਤਿਆਰ ਰਹਿੰਦੇ ਆ। ਦੇਖੋ ਇਹ ਗੱਲਾਂ ਜਿਹੜੀਆਂ ਨੇ ਇਹ ਉਹੀ ਕਹਾਵਤ ਹੈ ਕਿ ਗੱਲੀ ਬਾਤੀ ਕੜਾਹ ਬਣਾਉਣਾ, ਮਿੱਠਾ ਕਿਉਂ ਘੱਟ ਪਾਉਣਾ ਜੀ। ਇਹ ਪੰਜਾਬ ਸਰਕਾਰ ਵੀ ਗੰਭੀਰ ਨਹੀਂ ਹੈ, ਕਿਸਾਨ ਜਥੇਬੰਦੀਆਂ ਵੀ ਗੰਭੀਰ ਨਹੀਂ ਹੈ, ਔਰ ਇਹਦਾ ਅਸਲੀ ਮਕਸਦ ਇਹ ਹੈ ਕਿ ਕਿਸਾਨ ਜਥੇਬੰਦੀਆਂ ਪੰਜਾਬ ਦੇ ਵਿੱਚ ਚੁਣਾਵ ਲੜਨਾ ਚਾਹੁੰਦੀਆਂ ਨੇ, ਔਰ ਇਹ ਸਾਰੀ ਚੁਣਾਵੀ ਖੇਡ ਜਿਹੜੀ ਹੈ। ਪਰ ਉਹਨਾਂ ਨੇ ਅੱਜ ਸਪਸ਼ਟ ਕਰਤਾ ਨਾ, ਦੇਖੋ ਉਹਨਾਂ ਨੇ ਸਪਸ਼ਟ ਕਰਤਾ ਕਿ ਅਸੀਂ ਇਲੈਕਸ਼ਨ ਨਹੀਂ ਲੜਨੀ। ਗੁਰਨਾਮ ਸਿੰਘ ਚੜੂਣੀ ਦੇ ਬਿਆਨ ਨੂੰ ਵੀ ਖੰਡਨ ਕੀਤਾ ਗਿਆ। ਆਰਪੀਐਸ ਮੈਨੀ ਸਾਡੇ ਨਾਲ ਨੇ ਸ਼੍ਰੋਮਣੀ ਅਕਾਲੀ ਦਲ ਤੋਂ। ਮੈਨੀ ਸਾਹਿਬ, ਦੇਖੋ ਸਰਕਾਰ ਤੁਹਾਡੇ ਵੀ ਸਰ ਪੰਜਾਬ 'ਚ ਰਹੀ ਹੈ, ਪੂਰਨ ਕਰਜ਼ ਮੁਆਫੀ ਤੇ ਅਕਾਲੀ ਦਲ ਦਾ ਸਟੈਂਡ ਕੀ ਹੈ ਸਰ? ਤੁਹਾਡੇ ਜਦੋਂ ਕਾਰਜਕਾਲ ਸੀ ਤੁਹਾਡਾ, ਸੱਤਾ ਦਾ ਨਿੱਘ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਨੇ ਮਾਨਿਆ, ਉਸ ਵੇਲੇ ਕਰਜ਼ਾ ਮਾਫ ਕੀਤਾ ਜਾ ਸਕਦਾ ਸੀ, ਜਾਂ ਹੁਣ ਪਲਾਨ ਅਕਾਲੀ ਦਲ ਰੱਖ ਰਿਹਾ ਹੈ ਕਿ ਇਲੈਕਸ਼ਨ 'ਚ ਸੱਤਾ ਜਿੱਤ ਕੇ ਆਵਾਂਗੇ ਤਾਂ ਕਰਜ਼ ਮਾਫੀ ਕਰ ਦਾਂਗੇ, ਜਾਂ ਫਿਰ ਸਰਕਾਰ ਦਾ ਜਿਹੜਾ ਬਿਆਨ ਉਹ ਸਿਆਸੀ ਸ਼ਗੂਫਾ ਜਾਪਦਾ ਹੈ? ਕਿਸ਼ਨ ਸਿੰਘ ਜੀ, ਸਰਕਾਰ ਨੇ ਜਿਹੜਾ ਬਿਆਨ ਦਿੱਤਾ ਉਹ ਸਿਆਸੀ ਸ਼ਗੂਫਾ, ਤੁਸੀਂ ਬੜਾ ਐਪਰੋਪ੍ਰੀਏਟ ਵਰਡ ਯੂਜ਼ ਕੀਤਾ ਇਹਦੇ ਵਾਸਤੇ। ਜਿਹੜੀ ਸਰਕਾਰ ਝੂਠੀਆਂ ਸਹੁੰਆਂ, ਝੂਠੇ ਲਾਰੇ, ਝੂਠੇ ਵਾਅਦੇ, ਹਵਾਈ ਸਟੇਟਮੈਂਟਾਂ ਦੇ ਸਿਰ ਤੇ ਬਣੀ ਆ, ਉਹਨਾਂ ਨੇ ਫਿਰ ਅੱਗੇ ਉਹੀ ਚੀਜ਼ ਪਰੋਸਣੀ ਹੈ ਜਿਹੜੀ ਚੀਜ਼ ਉਹ ਲੈ ਕੇ ਆਏ ਆ। 19 ਜਨਵਰੀ 2017 ਨੂੰ ਕਾਂਗਰਸ ਦਾ ਚੋਣ ਮਨੋਰਥ ਪੱਤਰ ਜਾਰੀ ਹੁੰਦਾ, ਜਿਹਨੂੰ ਸਰਦਾਰ ਮਨਮੋਹਨ ਸਿੰਘ ਜੀ, ਕੈਪਟਨ ਅਮਰਿੰਦਰ ਸਿੰਘ, ਅੰਬਿਕਾ ਸੋਨੀ, ਆਸ਼ਾ ਕੁਮਾਰੀ, ਉਸ ਸਮੇਂ ਦੇ ਇਹਨਾਂ ਦੇ ਪ੍ਰਭਾਰੀ ਆ ਜਿਹੜੇ, ਉਹ ਦਿੱਲੀ 'ਚ ਰਿਲੀਜ਼ ਕਰਦੇ ਆ। ਕੈਪਟਨ ਜਦੋਂ ਕਿਸੇ ਗੱਲ ਨੂੰ ਜ਼ੋਰਦਾਰ ਵਜਨਦਾਰ ਬਣਾਉਣਾ ਹੋਵੇ ਤੇ ਆਪਾਂ ਕਹਿੰਦੇ ਯਾਰ ਮੈਂ ਸਹੁੰ ਖਾਨਾ ਇਸ ਗੱਲ ਦੀ। ਕੈਪਟਨ ਸਾਹਿਬ ਨੇ ਉਸ ਗੱਲ ਦੀ ਸਹੁੰ ਖਾਦੀ ਦਮਦਮਾ ਸਾਹਿਬ ਵੱਲ ਮੂੰਹ ਕਰਕੇ ਕਿ ਮੈਂ 4 ਹਫ਼ਤਿਆਂ 'ਚ ਨਸ਼ਾ ਖਤਮ ਕਰ ਦੂੰ। ਫਿਰ ਉਹਨਾਂ ਨੇ ਸਟੇਟਮੈਂਟ ਦਿੱਤੀ ਕਿ ਤੁਸੀਂ ਬੈਂਕਾਂ ਦਾ, ਸੁਸਾਇਟੀਆਂ ਦਾ, ਆੜਤੀਆਂ ਦਾ ਕਿਸੇ ਦਾ ਕਰਜ਼ਾ ਨਾ ਦਿਓ, ਕਰਜ਼ਾ ਅਸੀਂ ਦੇਵਾਂਗੇ। ਸਾਰਾ ਇੱਕ ਝੂਠ ਬੋਲਿਆ। ਹੁਣ ਜਦ ਸਰਕਾਰ ਜਾਣ ਦੇ ਵਿੱਚ ਸਿਰਫ 30 ਦਿਨ ਰਹਿ ਗਏ ਆ, 30 ਤੋਂ ਵੀ ਸ਼ਾਇਦ ਥੋੜੇ ਦਿਨ ਰਹਿ ਗਏ ਹੋਣਗੇ, ਹੁਣ ਵੀ ਅੱਜ ਜਿਸ ਤਰ੍ਹਾਂ ਭੰਗੂ ਸਾਹਿਬ ਨੇ ਕਿਹਾ ਕਿ ਅੱਜ ਵੀ ਉਹ ਕੋਈ ਪਲਾਨ ਲੈ ਕੇ ਨਹੀਂ ਆਏ ਕਰਜ਼ਾ ਮਾਫੀ ਦਾ। ਉਹਨਾਂ ਨੇ ਕਿਹਾ ਜੇ ਸਰਕਾਰ ਨੇ ਸੋਚਣਾ, ਦੇਖੋ ਸਰਕਾਰ ਨੂੰ ਪਤਾ ਹੀ ਹੋਊਗਾ ਨਾ। ਮੈਨੀ ਸਾਹਿਬ, ਤੁਹਾਨੂੰ ਕੀ ਲੱਗਦਾ ਹੈ ਕਿ ਜਿਸ ਹਿਸਾਬ ਨਾਲ ਸਰਕਾਰ ਦੇ ਰਿਸੋਰਸਿਸ ਨੇ, ਉਸ ਹਿਸਾਬ ਨਾਲ ਇਹ ਸੰਭਵ ਹੈ ਕਿ ਪੂਰਨ ਕਰਜ਼ਾ ਮਾਫੀ ਕੀਤੀ ਜਾ ਸਕਦੀ ਹੈ? ਦੇਖੋ ਇਹ ਸਰਕਾਰ ਦੇ ਤੇ ਵੱਸ ਦਾ ਕੰਮ ਹੈ ਨਹੀਂ ਆ ਕਿ ਕਿਸੇ ਤਰ੍ਹਾਂ ਵੀ ਇਹ ਪੂਰਨ ਕਰਜ਼ਾ ਮਾਫੀ ਕਰ ਸਕਣ, ਕਿਉਂਕਿ ਇਹਨਾਂ ਨੇ ਹੁਣ ਜਿਹੜੇ ਵਾਅਦੇ ਕਰਨੇ ਆ, ਇਹਨਾਂ ਨੂੰ ਪਤਾ ਕਿ ਦੀਵਾ ਬੁਝਣ ਤੋਂ ਪਹਿਲਾਂ ਇੱਕ ਨਾ ਜਿਵੇਂ ਪੂਰਾ ਇੱਕ ਨਾ ਮਗਦਾ ਨਾ, ਇਹ ਉਹ ਕਰ ਰਹੇ ਆ। ਜੋ ਵੀ ਸਟੇਟਮੈਂਟਾਂ ਦੇਣੀਆਂ, ਜੋ ਵੀ ਵਾਅਦੇ ਕਰਨੇ, ਉਹ ਅਗਲੀ ਸਰਕਾਰ ਨੇ ਪੂਰੇ ਕਰਨੇ ਆ, ਇਹਨਾਂ ਨੇ ਤੇ ਪੂਰੇ ਕਰਨੇ ਨਹੀਂ ਆ। ਇਸ ਲਈ ਜੋ ਮਰਜ਼ੀ ਸਟੇਟਮੈਂਟ ਦੇ ਸਕਦੇ ਆ। ਇਹ ਮੇਰੇ ਵੀਰ ਨੇ ਕਿਹਾ ਕਿ 18 ਚੋਂ 17 ਜਿਹੜੀਆਂ ਵਾ ਨਾ ਉਹ ਮੰਗਾਂ ਕਿਸਾਨਾਂ ਦੀਆਂ ਸਰਕਾਰ ਨੇ ਮੰਨ ਲੀਆਂ। ਉਹ ਜਿਹੜੀਆਂ ਐਡਮਿਨਿਸਟ੍ਰੇਟਿਵ ਮੰਗਾਂ ਹੈਗੀਆਂ ਸੀ ਸਰਕਾਰ ਦਾ, ਉਹਦੇ 'ਚ ਕੁਝ ਨਹੀਂ ਜਾ ਰਿਹਾ, ਕੁਝ ਵੀ ਨਹੀਂ ਜਾ ਰਿਹਾ ਸੀ। ਸਰਕਾਰ ਨੇ ਜਿਸ ਤਰ੍ਹਾਂ ਗੁਲਾਬੀ ਸੰਡੀ ਦੇ ਮੁਆਵਜ਼ੇ ਦੀ ਗੱਲ ਸੀ, ਤੁਸੀਂ ਅੱਜ ਮੈਂ ਉਹਦੀ ਡਿਟੇਲ ਪੜ੍ਹ ਕੇ ਇੱਕ ਮਿੰਟ ਦੱਸਣਾ ਚਾਹੂੰਗਾ, ਸਾਰੇ ਮੇਰੇ ਜਿਹੜੇ ਪੈਨਲਿਸਟ ਹੈ ਉਹਨਾਂ ਨੂੰ ਵੀ ਇੱਕ ਵਾਰ ਸਮਝ ਪਤਾ ਲੱਗ ਜਾਏਗਾ ਕਿ 7,52,000 ਏਕੜ ਇਸ ਵਾਰ ਜਿਹੜੇ ਨਾ ਨਰਮਾ ਲੱਗਾ ਜੀ, ਉਹ ਚੋਂ 4 ਲੱਖ ਦਾ ਨੁਕਸਾਨ ਹੋ ਗਿਆ। ਸਰਕਾਰ ਨੇ ਪਾਲਿਸੀ ਵੇਖੋ ਕੀ ਬਣਾਈ ਕਿ ਜੇ 26 ਤੋਂ 32% ਨੁਕਸਾਨ ਹੋ ਗਿਆ ਤੇ 2,000 ਰੁਪਇਆ ਏਕੜ, ਜੇ 33 ਤੋਂ 75% ਨੁਕਸਾਨ ਹੋ ਗਿਆ ਤੇ 5300 ਰੁਪਇਆ, ਜੇ 76 ਤੋਂ 100% ਨੁਕਸਾਨ ਹੋ ਗਿਆ ਤੇ 12,000 ਰੁਪਇਆ ਇਹਦਾ ਮੁਆਵਜ਼ਾ ਦੇਵਾਂਗੇ। ਕਦੋਂ ਦੇਣਾ ਜੀ ਮੁਆਵਜ਼ਾ? ਮੁਆਵਜ਼ਾ ਤੇ ਦੇ ਦੀਦਾ ਉਸੇ ਵੇਲੇ। ਰਿਲੀਫ ਫੰਡ ਉਹ ਕਹਿੰਦੇ ਸਹਿਮਤੀ ਅੱਜ ਇਸੇ ਮੁੱਦੇ ਤੇ ਹੀ ਬਣੀ ਹੈ। ਉਹ ਕਹਿੰਦੇ 12,000 ਪ੍ਰਤੀ ਏਕੜ ਸੀ, ਉਸ ਨੂੰ 17 ਕਰ ਦਿੱਤਾ ਗਿਆ। ਹੋਰ ਵੀ ਕਈ ਮੁੱਦਿਆਂ ਦੇ ਸਹਿਮਤੀ ਬਣੇ। ਸਾਨੂੰ ਇੱਕ ਛੋਟੇ ਜਿਹੇ ਵਕਫੇ ਲਈ ਰੁਕਣਾ ਪੈਣਾ, ਫਿਰ ਮੈਂ ਗਿਲਦੀਆਂ ਸਾਹਿਬ ਤੋਂ ਆ ਕੇ ਰਿਐਕਸ਼ਨ ਲਵਾਂਗਾ ਕਿ ਦੇਖੋ ਮੁੜ ਜਿਹੜੇ ਸਵਾਲ ਉਹ ਕਾਂਗਰਸ ਤੇ ਟਿਕ ਰਹੇ ਨੇ। ਇੱਕ ਛੋਟੇ ਜਿਹੇ ਵਕਫੇ ਲਈ ਰੁਕਦੇ ਆ, ਮੁੜ ਚਰਚਾ ਵਿੱਚ ਇਸੇ ਮੁੱਦੇ ਨੂੰ ਵਿਚਾਰ ਅਧੀਨ ਲਿਆਂਦਾ ਜਾਵੇਗਾ। ਸੋ ਇੱਕ ਵਕਫੇ ਤੋਂ ਬਾਅਦ ਮੁੜ ਤੋਂ ਤੁਹਾਡਾ ਸਵਾਗਤ ਹੈ। ਸੋ ਗਿਲਜੀਆਂ ਸਾਹਿਬ, ਜਿਸ ਹਿਸਾਬ ਨਾਲ ਵੱਖ-ਵੱਖ ਪਾਰਟੀ ਦੇ ਨੁਮਾਇੰਦੇ ਨੇ ਆਪਣਾ ਪੱਖ ਰੱਖਿਆ ਸਰ, ਸਰਕਾਰ ਲਈ ਕਿੰਨੀ ਕੁ ਸੌਖੀ ਗੱਲ ਹੈ? ਦੇਖੋ ਵੱਖ-ਵੱਖ ਕਿਸਾਨਾਂ ਨੇ ਖੇਤੀ ਦੇ ਮਕਸਦ ਨਾਲ ਵੀ ਲੋਨ ਲਏ ਹੋਣੇ, ਨਿੱਜੀ ਕੰਮਾਂ ਵਾਸਤੇ ਵੀ ਲੋਨ ਲਏ ਹੋਣੇ। ਕ੍ਰਿਸ਼ਨ ਜੀ, ਮੈਨੂੰ 2 ਮਿੰਟ ਟਾਈਮ ਦੇ ਦਿਓ ਕਿ ਮੈਂ ਪਹਿਲਾਂ ਤੇ ਅਕਾਲੀ ਦਲ ਵਾਲਿਆਂ ਦਾ ਜਵਾਬ ਦੇਣਾ ਚਾਹੁੰਦਾ, ਫਿਰ ਮੈਂ ਬੀਜੇਪੀ ਵਾਲਿਆਂ ਦਾ ਜਵਾਬ ਦੇਣਾ ਚਾਹੁੰਦਾ। ਇਹ ਪਹਿਲਾਂ
ਮੇਰੇ ਅਕਾਲੀ ਦਲ ਤੋਂ ਜਿਹੜੇ ਵੀਰ ਨੇ ਮੈਣੀ ਜੀ, ਇਹ ਕਹਿੰਦੇ ਕਿ ਫਾਈਨੈਂਸ਼ੀਅਲ ਲਾਇਬਿਲਿਟੀ ਕੋਈ ਨਹੀਂ ਸੀ ਅੱਜ ਦੇ ਮੰਗਾਂ ਦੀ, ਜਿਹੜੀਆਂ 18 ਚੋਂ 17 ਮੰਗਾਂ ਮੰਨੀਆਂ ਚ ਫਾਈਨੈਂਸ਼ੀਅਲ ਲਾਇਬਿਲਿਟੀ ਕੋਈ ਨਹੀਂ ਸੀ ਗਵਰਨਮੈਂਟ ਦੀ, ਕਿ ਐਡਮਿਨ ਲੈਵਲ ਤੇ ਹੀ ਫੈਸਲੇ ਹੋ ਗਏ। ਮੈਂ ਇਹਨਾਂ ਨੂੰ ਪੁੱਛਣਾ ਚਾਹਣਾ, ਜਿਹੜਾ ਮੁਆਵਜ਼ਾ 12,000 ਤੋਂ 17,000 ਕੀਤਾ, ਇਹਦੀ ਕੋਈ ਫਾਈਨੈਂਸ਼ੀਅਲ ਲਾਇਬਿਲਿਟੀ ਨਹੀਂ ਸੀ ਗਵਰਨਮੈਂਟ ਦੀ? ਦੂਜਾ, ਨਰਮੇ ਚੁਗਣ ਵਾਲੇ ਨੂੰ ਪਹਿਲੀ ਵਾਰ ਲੇਬਰ ਨੂੰ 10% ਮੁਆਵਜ਼ਾ ਦਿੱਤਾ ਗਿਆ, ਕਿ ਉਹ ਫਾਈਨੈਂਸ਼ੀਅਲ ਲਾਇਬਿਲਿਟੀ ਨਹੀਂ ਸੀ? ਦੂਸਰਾ, ਕਿਸਾਨ ਜਿਹੜਾ ਸ਼ਹੀਦ ਹੋਇਆ ਅੰਦੋਲਨ ਦੇ ਦੌਰਾਨ, ਉਹਨਾਂ ਨੂੰ ਨੌਕਰੀਆਂ ਤੇ ਨਾਲ ਮੁਆਵਜ਼ਾ ਦੇਣਾ, ਕੀ ਫਾਈਨੈਂਸ਼ੀਅਲ ਲਾਇਬਿਲਿਟੀ ਨਹੀਂ ਹੈ? ਥਰਡ, ਗੰਨੇ ਦਾ ਰੇਟ 360 ਕਰਨਾ, ਕੀ ਇਹ ਫਾਈਨੈਂਸ਼ੀਅਲ ਲਾਇਬਿਲਿਟੀ ਨਹੀਂ ਹੈ? ਦੂਸਰਾ, ਮੇਰਾ ਹੁਣ ਇਹਨਾਂ ਨੂੰ ਸਵਾਲ ਹੈ ਕਿ ਜਦੋਂ ਇਹ ਸਰਕਾਰ 'ਚ ਸੀ ਤੇ ਇਹਨਾਂ ਦੇ ਸਮੇਂ ਚਿੱਟੀ ਮੱਖੀ ਦਾ ਜਿਹੜਾ ਕਾਟਨ ਦੀ ਜਿਹੜੀ ਨਰਮੇ ਦੀ ਬੈਲਟ ਹੈ ਉੱਤੇ ਅਟੈਕ ਹੋਇਆ ਸੀ, ਮੈਂ ਇਹਨਾਂ ਨੂੰ ਪੁੱਛਣਾ ਕਿੰਨਾ ਮੁਆਵਜ਼ਾ ਦੇ ਕੇ ਗਏ ਸੀ? ਇਹ ਸਰਕਾਰ 'ਚ ਬੈਠੇ ਸੀ। ਇਹਨਾਂ ਦੇ ਮੰਤਰੀ ਦਾ, ਉਸ ਟਾਈਮ ਦੇ ਐਗਰੀਕਲਚਰ ਮੰਤਰੀ ਦਾ ਨਕਲੀ ਦਵਾਈਆਂ 'ਚ ਨਾਮ ਆਇਆ, ਇਹ ਕੀ ਐਕਸ਼ਨ ਕੀਤਾ ਉਹਨੇ ਉਸ ਮੰਤਰੀ ਦੇ ਖਿਲਾਫ? ਉਲਟਾ ਇਹਨਾਂ ਨੇ 2 ਟਿਕਟਾਂ ਦਿੱਤੀਆਂ ਉਹਦੇ ਪਰਿਵਾਰ ਨੂੰ ਤੇ ਇੱਕ ਪਰਚਾ ਐਗਰੀਕਲਚਰ ਡਾਇਰੈਕਟਰ ਮੰਗਲ ਸਿੰਘ ਤੇ ਕਰਕੇ ਇਹਨਾਂ ਨੇ ਆਪਣੀ ਜਾਨ ਛਡਾ ਲਈ। ਉਸ ਤੋਂ ਬਾਅਦ ਇਹ ਨਵੰਬਰ 2006 ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅਨਾਉਂਸ ਕੀਤਾ ਸੀ 7 ਦੀ ਇਲੈਕਸ਼ਨ ਤੋਂ ਪਹਿਲਾਂ ਕਿ ਅਸੀਂ ਸਰਕਾਰ ਚ ਆਏ ਤੇ ਸਾਰਾ ਕਰਜ਼ਾ ਮਾਫ ਕਰਾਂਗੇ। ਮੈਂ ਮੈਣੀ ਸਾਹਿਬ ਨੂੰ ਪੁੱਛਣਾ ਚਾਹੁੰਦਾ, 10 ਸਾਲ ਸਰਕਾਰ ਚ ਰਹੇ ਹੋ, ਕਿੰਨਾ ਕਰਜ਼ਾ ਮਾਫ ਕਰਕੇ ਗਏ ਤੁਸੀਂ ਕਿਸਾਨਾਂ ਦਾ? ਉਲਟਾ ਤੁਸੀਂ 1000 ਕਰੋੜ ਰੁਪਏ ਇੰਡਸਟਰੀਅਲਿਸਟ ਦਾ ਮਾਫ ਕਰਕੇ ਗਏ ਹੋ। ਆਰਟੀਆਈ ਦੀ ਇਨਫੋਰਮੇਸ਼ਨ ਹੈ ਕਿ ਤੁਸੀਂ 1000 ਕਰੋੜ ਰੁਪਏ ਆਪਣੇ ਟੈਨਿਓਰ ਦੇ 10 ਸਾਲ ਦੇ ਵਿੱਚ ਇੰਡਸਟਰੀਅਲਿਸਟ ਦਾ ਮਾਫ ਕੀਤਾ ਹੈ, ਕਿਸਾਨ ਦਾ 1 ਰੁਪਿਆ ਮਾਫ ਨਹੀਂ ਕੀਤਾ। ਤੁਸੀਂ ਕਿਦਾਂ ਅੱਜ ਗੱਲਾਂ ਕਰ ਰਹੇ ਹੋ? ਤੀਜਾ, ਕਿਸ਼ਨ ਜੀ, ਜਿਹੜਾ ਅੱਜ ਕਿਸਾਨ ਅੰਦੋਲਨ ਤੇ ਬੈਠਾ ਹੈ ਦਿੱਲੀ 'ਚ, ਇਹ ਇਹਨਾਂ ਕਾਨੂੰਨਾਂ, ਕਾਲੇ ਕਾਨੂੰਨਾਂ ਦੇ ਖਿਲਾਫ, ਉਹ ਕਾਲੇ ਕਾਨੂੰਨਾਂ ਦੀ ਜੜ ਪੰਜਾਬ 'ਚ 2013 'ਚ ਅਕਾਲੀ ਦਲ ਨੇ ਲਾਈ ਸੀ, ਪੰਜਾਬ ਕੰਟਰੈਕਟ ਫਾਰਮਿੰਗ ਐਕਟ ਦੇ ਥਰੂ। ਉਹ ਐਕਟ ਜਿਹੜਾ ਮੋਦੀ ਦਾ ਐਕਟ ਹੈ ਤੇ ਪੰਜਾਬ ਦਾ ਕੰਟਰੈਕਟ ਫਾਰਮਿੰਗ ਐਕਟ ਹੈ, ਉਹ ਆਪਸ 'ਚ 70 ਤੋਂ 80% ਆਪਸ 'ਚ ਮਿਲਦਾ ਹੈ। ਇਹ ਅੱਜ ਆਪਣੀ ਜਾਨ ਕਿੱਦਾਂ ਛੁਡਾ ਸਕਦੇ ਨੇ? ਠੀਕ ਹੈ ਮੈਣੀ ਸਾਹਿਬ 2006 ਦੀ ਸਟੇਟਮੈਂਟ ਦਾ ਜ਼ਿਕਰ ਕੀਤਾ, ਕਹਿੰਦੇ ਪ੍ਰਕਾਸ਼ ਸਿੰਘ ਬਾਦਲ ਉਦੋਂ ਸੱਤਾ ਵਿੱਚ ਨਹੀਂ ਸੀ, ਪੂਰਨ ਕਰਜ਼ ਮਾਫੀ ਦੀ ਗੱਲ ਕਹੀ ਗਈ ਸੀ। ਉਸ ਤੇ ਰਿਐਕਸ਼ਨ ਦਿਓ, ਫਿਰ ਮੈਂ ਭੰਗੂ ਸਾਹਿਬ ਤੋਂ ਪੱਖ ਲਵਾਂਗਾ। ਦੇਖੋ, ਜੋ ਵੀ ਉਸ ਸਮੇਂ ਦੀ ਸਰਕਾਰ ਕਰ ਸਕਦੀ ਹੋਊਗੀ ਉਹਨਾਂ ਨੇ ਜ਼ਰੂਰ ਕੀਤਾ ਹੋਊਗਾ। 2007 ਤੋਂ ਲੈ ਕੇ 17 ਤੱਕ ਸਾਡੀ ਸਰਕਾਰ ਰਹੀ ਆ, ਉਸ ਸਮੇਂ ਜੋ ਵੀ ਅਸੀਂ ਕਿਸਾਨਾਂ ਲਈ ਕਰ ਸਕਦੇ ਸੀ, ਸਾਹਿਬ ਕਰਦੇ ਦੀ ਅਮਾਉਂਟ ਦੱਸ ਦਿਓ। ਅਸੀਂ ਤਾਂ ਦੱਸ ਰਹੇ ਹਾਂ 5.5 ਕਰੋੜ ਮਾਫ ਕਰ ਚੁੱਕੇ ਹਾਂ, ਤੁਸੀਂ 10 ਸਾਲ ਚ ਕੀ ਕੀਤਾ? ਮੈਂ 1 ਬਾਈ 1 ਸਾਰੀਆਂ ਗੱਲਾਂ ਦਾ ਗਿਲਜੀਆਂ ਸਾਹਿਬ ਜਵਾਬ ਦੇਣ ਲੱਗਾ, 1 ਬਾਈ 1 ਸਾਰੀਆਂ ਗੱਲਾਂ ਦਾ ਜਵਾਬ ਦੇਣ ਲੱਗਾ। ਪਹਿਲਾਂ ਤੁਸੀਂ ਕਿਹਾ ਕਿ ਸਾਡੀ ਫਾਈਨੈਂਸ਼ੀਅਲ ਲਾਇਬਿਲਿਟੀ ਨਹੀਂ ਹੈ, ਆਪਾਂ ਗੁਲਾਬੀ ਸੁੰਡੀ ਵਾਲੇ ਨੂੰ ਮੰਨਦੇ ਕਿ ਫਾਈਨੈਂਸ਼ੀਅਲ ਲਾਇਬਿਲਿਟੀ ਅੱਜ ਦੀਆਂ 17 ਮੰਗਾਂ ਦੇ ਵਿੱਚ ਫਾਈਨੈਂਸ਼ੀਅਲ ਲਾਇਬਿਲਿਟੀ ਹੈਗੀ ਆ, ਪਰ ਤੁਸੀਂ ਉਹ ਦੇਣਾ ਕਦੋਂ ਆ? ਜਦੋਂ ਵੀ ਕੋਈ ਰਿਲੀਫ ਫੰਡ ਦੇ ਵਿੱਚੋਂ ਕੋਈ ਚੀਜ਼ ਦੇਈਦੀ ਆ, ਜਦੋਂ ਕਿਸੇ ਨੂੰ ਜ਼ਰੂਰਤ ਆ ਉਸ ਸਮੇਂ ਦੇਈਦੀ ਆ। ਇਹ ਨਹੀਂ ਕਿ ਮਤਲਬ ਉਹਦੇ ਪਿੱਛੋਂ ਨਮਾਜ਼ ਪਿੱਛੋਂ ਤੰਬਾਕੂ ਉਹਦਾ ਕੋਈ ਫਾਇਦਾ ਨਹੀਂ ਉਸ ਗੱਲ ਦਾ। ਇੰਨੀ ਹਾਈ ਕਾਸਟ ਪ੍ਰੋਡਿਊਸ, 1 ਮਿੰਟ, ਹਾਈ ਕਾਸਟ ਜਿਹੜੀ ਇਹ ਪ੍ਰੋਡਿਊਸ ਹੈਗੀ ਸੀ, ਇਹਦਾ ਨੁਕਸਾਨ ਹੋਇਆ। ਉਹ ਜਦੋਂ ਉਹਨੂੰ ਕੰਪਨਸੇਸ਼ਨ ਦੇਈਦਾ ਕਿ ਤਾਂ ਜੋ ਉਹਨੂੰ ਮੁਆਵਜ਼ਾ ਮਿਲ ਸਕੇ ਤੇ ਉਹ ਅਗਲੀ ਫਸਲ ਬੀਜ ਸਕੇ, ਜਿਹੜਾ ਉਹਦਾ ਹਰਜਾ ਆਇਆ ਉਹ ਨੁਕਸਾਨ। ਠੀਕ ਹੈ, ਮੈਂ ਭੰਗੂ ਸਾਹਿਬ ਤੋਂ ਰਿਐਕਸ਼ਨ ਲੈ ਲਾ। ਭੰਗੂ ਸਾਹਿਬ, ਦੇਖੋ ਕਾਂਗਰਸ ਦੇ ਨੁਮਾਇੰਦੇ ਕਹਿੰਦੇ ਨੇ ਕਿ ਅਕਾਲੀ ਦਲ ਦੇ ਕਾਰਜਕਾਲ ਤੋਂ ਪਹਿਲਾਂ ਵੱਡੇ ਐਲਾਨ ਹੁੰਦੇ ਸੀ, ਉਹਨਾਂ ਨੇ ਕੋਈ ਵਾਅਦਾ ਨਹੀਂ ਪੂਰਾ ਕੀਤਾ। ਕਹਿੰਦੇ ਅਸੀਂ ਫਿਰ ਵੀ 5500 ਕਰੋੜ ਜਿਹੜਾ ਉਹ ਦੱਸ ਰਹੇ ਨੇ, ਜਿੰਨੀ ਰਕਮ ਉਹਨਾਂ ਨੇ ਕ੍ਰਾਈਟੇਰੀਆ ਦੱਸਿਆ ਕਿ ਅਸੀਂ ਪੂਰਾ ਕਰ ਦਿੱਤਾ ਹੈ। ਕੀ ਲੱਗਦਾ ਸਰ ਤੁਹਾਨੂੰ? ਦੇਖੋ, ਸਿਆਸੀ ਪਾਰਟੀ ਕੋਈ ਚੰਗੀ ਹੈ ਜਾਂ ਮਾੜੀ ਹੈ ਉਹ ਗੱਲਾਂ ਸਰ ਬਾਅਦ 'ਚ ਨੇ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੰਭਵ ਹੈ ਕਿਸਾਨ ਲੀਡਰਾਂ ਨੂੰ ਲੱਗਦਾ ਹੈ ਕਿ 90,000 ਕਰੋੜ ਦੀ ਜਿਹੜੀ ਫਿਗਰ ਹੈ ਉਹ ਸਰਕਾਰਾਂ ਮਾਫ ਕਰ ਦੇਣ, ਤੇ ਬਹੁਤ ਇਹ ਈਜ਼ਲੀ ਗੱਲ ਹੈ, ਤਾਂ ਬੜੀ ਸੌਖੀ ਗੱਲ ਹੈ। ਅਸੀਂ 1 ਮਹੀਨਾ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਨੇ ਸਾਰੀ ਪਾਰਟੀਆਂ ਨੂੰ ਬੁਲਾ ਕੇ ਚੰਡੀਗੜ੍ਹ ਦੇ ਵਿੱਚ ਅਲੱਗ-ਅਲੱਗ ਟਾਈਮ ਦੇ ਕੇ ਮੀਟਿੰਗ ਕੀਤੀ ਸੀ। ਇਹਨਾਂ ਸਾਰੀ ਪਾਰਟੀਆਂ ਨੂੰ ਪਤਾ ਹੈ ਜੀ। ਉਹਦਾ ਭਾਵੇਂ ਮੁੱਦਾ ਇਹ ਸੀ ਪੰਜਾਬ ਵਿੱਚ ਇਲੈਕਸ਼ਨ ਦਾ ਮਾਹੌਲ ਨਾ ਬਣਾਓ, ਅਜੇ ਮੋਰਚਾ ਚੱਲ ਰਿਹਾ, ਇਲੈਕਸ਼ਨ ਬੜੀ ਦੂਰ ਹੈ, ਲੋਕਾਂ ਨੂੰ ਡਿਵਾਈਡ ਨਾ ਕਰੋ। ਪਰ ਉਹਦੇ ਨਾਲ ਅਸੀਂ ਇੱਕ ਪੁਆਇੰਟ ਰੱਖਿਆ ਸੀ ਕਿ ਜਿਹੜਾ ਤੁਸੀਂ ਵੋਟਾਂ ਲੈਣ ਲਈ ਇਲੈਕਸ਼ਨ ਮੈਨੀਫੈਸਟੋ ਬਣਾਉਂਦੇ ਹੋ ਔਰ ਉਸ ਦੇ ਆਧਾਰ ਤੇ ਤੁਸੀਂ ਵੋਟਾਂ ਲੈਂਦੇ ਹੋ ਲੋਕਾਂ ਤੋਂ, ਉਸ ਮੈਨੀਫੈਸਟੋ ਦਾ ਇੱਕ ਤਾਂ ਕੋਈ ਵਿਜ਼ਨ ਡਾਕੂਮੈਂਟ ਬਣਾਓ, ਦੂਜਾ ਉਸਨੂੰ ਇੱਕ ਲੀਗਲ ਡਾਕੂਮੈਂਟ ਬਣਾਓ। ਇਹ ਨਾ ਹੋਵੇ ਤੁਸੀਂ ਮੈਨੀਫੈਸਟੋ ਵੱਡੇ ਵਾਅਦੇ ਕਰਕੇ ਵੋਟਾਂ ਲੈ ਲਓ ਤੇ 5 ਸਾਲ ਲੰਘ ਜਾਣ, ਪਿਛਲੇ 2-3 ਮਹੀਨਿਆਂ ਦੇ ਵਿੱਚ ਆ ਕੇ ਕਹੋ ਇਹ ਵੀ ਪੂਰਾ, ਇਹ ਵੀ ਪੂਰਾ, ਇਹ ਵੀ ਪੂਰਾ, ਉਹਨੇ ਨੂੰ ਕੋਡ ਆਫ ਕੰਡਕਟ ਲੱਗ ਜੇ। ਤਾਂ ਇਹ ਇੱਕ ਰੋਡ ਮੈਪ ਬਣਾ ਕੇ ਦਿਓ। ਥੋੜਾ ਚੋਣ ਮੈਨੀਫੈਸਟੋ ਹੈ, ਤੁਸੀਂ ਪਹਿਲੇ ਸਾਲ 'ਚ ਕਿਹੜਾ ਪੂਰਾ ਕਰਨਾ, ਦੂਜੇ ਸਾਲ 'ਚ ਕਿੰਨਾ ਪੂਰਾ ਕਰਨਾ, ਤੀਜੇ 'ਚ ਪੂਰਾ ਕਰਨਾ। ਇਹ ਤਾਂ ਨਹੀਂ ਵੀ ਤੁਸੀਂ ਪਿਛਲੇ 4.5 ਮੈਨੀਫੈਸਟੋ ਯਾਦ ਆਣਾ ਜੀ। ਇਸ ਲਈ ਕਰਜ਼ਾ ਮਾਫੀ ਵਾਲਾ ਐਸਾ ਸਵਾਲ ਹੈ
ਭਾਵੇਂ ਅਕਾਲੀ ਹੋਣ, ਕਾਂਗਰਸ ਹੋਵੇ, ਬੀਜੇਪੀ ਹੋਵੇ, ਕਿਸਾਨ ਬਹੁਤ ਵੱਡਾ ਵੋਟ ਬੈਂਕ ਹੈ। ਉਹਨਾਂ ਨੂੰ ਪਤਾ ਕਰਜ਼ੇ ਦੇ ਅੰਬਾਰ ਥੱਲੇ ਦਬਿਆ ਹੋਵੇ, ਵੋਟਾਂ ਲੈਣ ਲਈ ਹਮੇਸ਼ਾ ਤੁਹਾਨੂੰ ਲੱਗਦਾ ਕੀ ਹੈ ਪੰਗੂ ਸਾਹਿਬ? ਦੇਖੋ ਚਲੋ ਅੱਜ ਚੰਨੀ ਸਾਹਿਬ ਸੀਟ ਤੇ ਬੈਠੇ ਹੈ, ਚਲੋ ਮੈਂ ਇੰਡੀਵਿਜੂਅਲ ਹੋ ਕੇ ਸਰ ਗੱਲ ਕਰ ਰਿਹਾ, ਤੁਹਾਨੂੰ ਕੀ ਲੱਗਦਾ ਸਰ? ਚਲੋ ਆਪਾਂ ਹਾਈਪੋਥੈਟੀਕਲ ਸਵਾਲ ਪੁੱਛ ਲਾਣੇ ਆ ਪੰਗੂ ਸਾਹਿਬ ਤੁਹਾਨੂੰ। ਚਲੋ ਕੱਲ ਨੂੰ ਤੁਹਾਡੇ ਹੱਥ 'ਚ ਪਾਵਰ ਆ ਜਾਏ, ਤੁਹਾਨੂੰ ਲੱਗਦਾ ਕਿ 3 ਲੱਖ ਕਰੋੜ ਦਾ ਕਰਜ਼ਾਈ ਪੰਜਾਬ ਹੈ ਕਿ 90,000 ਕਰੋੜ ਇਹ ਬਹੁਤ ਮਿੰਟਾਂ 'ਚ ਹੀ ਮਾਫ ਹੋ ਜਾਏਗਾ? ਤੁਹਾਨੂੰ ਕੀ ਲੱਗਦਾ? ਤੁਹਾਡੀ ਜਾਤੀ ਰਾਏ ਮੈਂ ਜਾਣਨਾ ਚਾਹੁੰਦਾ। ਮੈਂ ਤਾਂ ਇਹ ਕਹਿੰਦਾ ਵੀ ਬੜੇ ਨਾਨ ਪ੍ਰੋਡਕਟਿਵ ਖਰਚੇ ਕਰਦੀ ਹੈ ਸਰਕਾਰ ਜੀ। ਬਿਊਰੋਕ੍ਰੇਸੀ ਦਾ ਬੜਾ ਖਰਚਾ, ਬੜੇ ਅਨਨੈਸੈਸਰੀ ਖਰਚੇ ਨੇ। ਸਾਰੇ ਖਰਚਿਆਂ ਨੂੰ ਕਰਟੇਲ ਕੀਤਾ ਜਾਣਾ ਚਾਹੀਦਾ। ਟੈਕਸਾਂ ਦੀ ਉਗਰਾਹੀ ਨਹੀਂ ਹੁੰਦੀ ਹੈ, ਉਹ ਕਿਤੇ ਸੋਰਸ ਤਾਂ ਜੁਟਾਏ ਜਾ ਸਕਦੇ ਨੇ, ਪਰ ਜਿਹੜੇ ਐਸੇ ਖਰਚੇ ਜਿਨ੍ਹਾਂ ਖਰਚਿਆਂ ਦੀ ਜ਼ਰੂਰਤ ਵੀ ਉਹ ਬਹੁਤ ਭਾਰੀ ਹੁੰਦੇ ਨੇ। ਜਿੱਥੇ ਕਰਨੇ ਨੇ ਵੈਲਫੇਅਰ ਲਈ ਉੱਥੇ ਖਰਚੇ ਕੀਤੇ ਨਹੀਂ ਜਾਂਦੇ। ਅੱਛਾ, ਕੀ ਲੱਗਦਾ ਆਉਣ ਵਾਲੇ ਦਿਨਾਂ 'ਚ ਕੋਈ ਮੀਟਿੰਗ ਸੰਭਵ ਹੈ ਪੰਗੂ ਸਾਹਿਬ? ਕੋਈ ਮੀਟਿੰਗ ਸੰਭਵ ਹੈ? ਜੇਕਰ ਗੱਲਬਾਤ ਨਹੀਂ ਕੋਈ ਤਣ ਪਤਨ ਲੱਗਦੀ ਤਾਂ ਅਗਲੀ ਸਟ੍ਰੈਟਜੀ ਕੀ ਰਹੇਗੀ ਤੁਹਾਡੀ? ਸਾਡੀ ਲੜਾਈ ਜਾਰੀ ਹੈ ਜੀ, ਸੰਯੁਕਤ ਮੋਰਚੇ ਦੀ ਲੜਾਈ ਜਾਰੀ ਹੈ। ਜਦ ਤੱਕ ਖੇਤੀ ਕਾਨੂੰਨ ਨਹੀਂ ਰੱਦ ਹੁੰਦੇ, ਸਾਰੀਆਂ ਮੰਗਾਂ ਸਰਕਾਰ, ਪੰਜਾਬ ਸਰਕਾਰ ਹੋਵੇ ਕੋਈ ਵੀ ਸਰਕਾਰ ਜਦ ਤੱਕ ਪ੍ਰਵਾਨ ਨਹੀਂ ਹੁੰਦੀ। ਇਹ ਤੁਹਾਡੀ ਲੜਾਈ ਤੋਂ ਮੈਂ ਇੱਕ ਮੈਨੂੰ ਸਵਾਲ ਯਾਦ ਆ ਗਿਆ। ਦੇਖੋ ਦੀਵਾਨ ਅਰੋੜਾ ਜੀ ਬੈਠੇ ਹੈ ਬੀਜੇਪੀ ਤੋਂ, ਕਹਿੰਦੇ ਕਿਸਾਨ ਲੀਡਰ ਪੰਜਾਬ ਦੀ ਕਾਂਗਰਸ ਨਾਲ ਬੜਾ ਸੌਫਟ ਨੇ, ਕਹਿੰਦੇ ਸਾਡੇ ਨਾਲ ਮੀਟਿੰਗਾਂ ਕਰਦੇ ਸੀ, ਕਹਿੰਦੇ ਤਖਤੀਆਂ ਫੜ ਕੇ ਬਹਿ ਜਾਂਦੇ ਸੀ, ਜਾਂ ਜਿੱਤਾਂਗੇ ਜਾਂ ਮਰਾਂਗੇ। ਉਸ ਤੇ ਜਵਾਬ ਦੇ ਦਿਓ, ਫਿਰ ਮੈਂ ਅਰੋੜਾ ਸਾਹਿਬ ਤੋਂ ਰਿਐਕਸ਼ਨ ਲਵਾਂਗਾ। ਦੇਖੋ ਸਵਾਲ ਇਹ ਹੈ, ਅਸੀਂ ਤਾਂ ਜਦੋਂ ਦਾ ਅੰਦੋਲਨ ਸ਼ੁਰੂ ਕੀਤਾ 1 ਸਾਲ ਦਿੱਲੀ ਦੇ ਪੁਰਵਾਨ ਤੇ 3-4 ਮਹੀਨੇ ਪਹਿਲਾਂ ਪੰਜਾਬ ਤੋਂ, ਤਾਂ ਅੱਜ ਵੀ ਪੰਜਾਬ ਦੇ ਵਿੱਚ ਪੰਜਾਬ 'ਚ ਕੋਈ ਅਕਾਲੀ ਲੀਡਰ ਬਾਹਰ ਜਾਵੇ, ਕੋਈ ਕਾਂਗਰਸ ਦਾ ਬਾਹਰ ਜਾਵੇ, ਕੋਈ ਬੀਜੇਪੀ ਦਾ ਬਾਹਰ ਜਾਵੇ, ਸਾਰੇ ਜਿਹੜੇ ਕਿਸਾਨ ਇਕੱਠੇ ਹੋ ਗਏ ਝੰਡੇ ਲੈ ਕੇ ਉਹ ਸਵਾਲ ਪੁੱਛਦੇ ਨੇ, ਅਸੀਂ ਕਾਂਗਰਸ ਨੂੰ ਕਿਤੇ ਬਖਸ਼ਿਆ ਨਹੀਂ। ਅਸੀਂ ਕਹਿੰਦੇ ਤੁਸੀਂ ਬੜੇ ਭਾਰੀ ਵਾਅਦੇ ਕੀਤੇ ਸੀ, ਠੀਕ ਹੈ, ਤੁਸੀਂ ਨੌਕਰੀਆਂ ਦਾ ਵਾਅਦਾ ਕੀਤਾ, ਨਸ਼ੇ ਬੰਦ ਕਰਨ ਦਾ ਵਾਅਦਾ ਕੀਤਾ, ਕਰਜ਼ਾ ਮਾਫੀ ਦਾ ਵਾਅਦਾ ਕੀਤਾ, ਸੈਂਡ ਮਾਫੀਆ, ਲੈਂਡ ਮਾਫੀਆ, ਸਾਰੇ ਦਾ ਵਾਅਦੇ ਕੀਤੇ। ਤੁਸੀਂ ਵਾਅਦੇ ਕਿੱਥੇ ਨੇ? ਕਿਸਾਨ ਤਾਂ ਸਾਰਿਆਂ ਨੂੰ ਪੁੱਛਦੇ ਨੇ। ਪੰਗੂ ਸਾਹਿਬ ਜਿਹੜੇ ਮੁੱਖ ਮੰਤਰੀ ਨੇ ਵਾਅਦੇ ਕੀਤੇ ਸੀ ਉਸ ਦੀ ਤਾਂ ਸਿਆਸੀ ਬਲੀ ਲੈ ਲਈ ਗਈ ਹੈ। ਠੀਕ ਹੈ, ਅਰੋੜਾ ਸਾਹਿਬ ਆਪਣਾ ਪੱਖ ਰੱਖੋ ਜੀ, ਕੀ ਕਹਿਣਾ ਚਾਹ ਰਹੇ? ਜਿੱਦਾਂ ਕਿਸ਼ਨ ਜੀ ਕਿਸਾਨ ਲੀਡਰ ਤੁਹਾਡੇ ਚੈਨਲ ਤੇ ਬੈਠੇ ਨੇ, ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਅੱਜ ਦੀ ਮੀਟਿੰਗ ਦੇ ਵਿੱਚ ਇੱਕ ਇੰਪੋਰਟੈਂਟ ਏਜੰਡਾ, ਜਿਹੜੇ 1600 ਕਿਸਾਨ ਕਰਜ਼ ਦੇ ਥੱਲੇ ਦਬ ਕੇ ਆਤਮ ਹੱਤਿਆ ਕਰ ਗਏ ਪਿਛਲੇ ਪੌਣੇ 5 ਸਾਲਾਂ ਜੀ ਕਾਂਗਰਸ ਦੇ ਰਾਜ ਦੇ ਵਿੱਚ, ਉਹਨਾਂ ਦਾ ਕੀ ਮੁਆਵਜ਼ਾ ਸਰਕਾਰ ਦੇ ਰਹੀ ਹੈ? ਉਹ ਏਜੰਡੇ ਦੇ ਵਿੱਚ ਇਹਨਾਂ ਦੇ ਕਿਤੇ ਨਹੀਂ ਸੀ ਲਿਖਿਆ। ਇਹ ਭੁੱਲ ਗਿਆ ਉਹ ਗਰੀਬ ਕਿਸਾਨਾਂ ਦਾ ਮੁਆਵਜ਼ਾ? ਕੀ ਉਹਨਾਂ ਦਾ ਕੋਈ ਪਰਿਵਾਰਾਂ ਦਾ ਵਾਲੀ ਵਾਰਸ ਨਹੀਂ ਹੈ? ਠੀਕ ਹੈ, ਕਿੱਥੇ ਖੜੀਆਂ ਅੱਜ ਕਿਸਾਨ ਜਥੇਬੰਦੀਆਂ? ਕਿੱਥੇ ਖੜੀਆਂ? ਅਸੀਂ ਲਿਖਤੀ ਦਿੱਤਾ ਹੋਇਆ ਕਿ ਤੁਸੀਂ ਉਹਨਾਂ ਕਿਸਾਨਾਂ ਨੂੰ 1/3 ਨਹੀਂ ਦਿੱਤਾ ਅਜੇ ਤੱਕ। ਤੁਸੀਂ ਵਾਕਈ ਨੂੰ ਸਰਕਾਰ ਦੀ ਪਾਲਿਸੀ ਹੈ, ਜਿਹੜੇ ਆਤਮ ਹੱਤਿਆ ਸਾਡਾ ਲਿਖਤੀ ਡਿਮਾਂਡ ਹੈ। ਅਰੋੜਾ ਜੀ ਪੰਗੂ ਸਾਹਿਬ ਕਹਿੰਦੇ ਅਸੀਂ ਲਿਖ ਕੇ ਦੇ ਕੇ ਆਏ ਆ। ਅਸੀਂ ਲਿਖ ਕੇ 18 ਪੁਆਇੰਟ ਦਾ, ਦਿਸ ਇਜ਼ ਵਨ ਆਫ ਦਾ ਪੁਆਇੰਟ, ਕਿ ਤੁਸੀਂ 1/3 ਨੂੰ ਦਿੱਤਾ, ਨੌਕਰੀਆਂ ਜੇ ਦਿੱਤੀਆਂ ਨਹੀਂ, ਜੋ ਵਾਅਦਾ ਸਰਕਾਰ ਦਾ ਪੂਰਾ ਕਰੇ। ਤੁਸੀਂ ਅਸੀਂ ਸਪਸ਼ਟ ਕਿਹਾ ਜੀ ਉਸ ਦੇ ਵਿੱਚ ਪੂਰਨ ਕਰਜ਼ਾ ਮਾਫੀ ਦਾ 1 ਪੁਆਇੰਟ ਬਾਕੀ ਰਹਿ ਗਿਆ। ਫਿਰ ਜੇ ਲਿਖ ਕੇ ਦੇ ਕੇ ਆਇਓ ਤੇ ਇਹਦਾ ਮਤਲਬ ਇਹ ਵੀ ਪੁਆਇੰਟ ਬਾਕੀ ਹੈ। ਅੱਛਾ ਦੀਵਾਨ ਜੀ, ਮੈਨੂੰ ਇੱਕ ਗੱਲ ਦੀ ਜਾਣਕਾਰੀ ਦਿਓ। ਦੇਖੋ ਮੈਂ ਵਾਰ-ਵਾਰ ਉਹੀ ਸਵਾਲ ਕਰ ਰਿਹਾ ਸਰ, ਹਾਲਾਂਕਿ ਮੈਨੀਫੈਸਟੋ ਲੀਗਲਾਈਜ਼ ਹੋਣੇ ਚਾਹੀਦੇ ਨੇ, ਬਹੁਤ ਵਾਰ ਮੰਗ ਜਿਹੜੀ ਉੱਠਦੀ ਆਈ ਹੈ ਪੰਜਾਬ ਚੋਂ। ਸਰ ਲੱਗਦਾ ਤੁਹਾਨੂੰ ਜਿਸ ਹਿਸਾਬ ਨਾਲ ਕਾਰਜਕਾਲ ਚੰਨੀ ਸਰਕਾਰ ਦਾ ਰਹਿ ਚੁੱਕਿਆ ਹੈ, ਪੂਰਨ ਕਰਜ਼ਾ ਮਾਫੀ ਸੰਭਵ ਹੈ? ਜਾਂ ਫਿਰ 22 ਦੀ ਇਲੈਕਸ਼ਨ ਲੈ ਕੇ ਬੀਜੇਪੀ ਦਾ ਪੂਰਨ ਕਰਜ਼ ਮਾਫੀ ਤੇ ਰੁਖ ਹੈ ਕੀ ਹੈ? ਬੀਜੇਪੀ ਦਾ ਮੈਨੀਫੈਸਟੋ ਕੀ ਕਹੇਗਾ ਸਰ? ਆਪ ਸਰਕਾਰ ਪੂਰੇ ਪੰਜਾਬ ਦੇ ਲੋਕਾਂ ਨੂੰ ਉੱਲੂ ਬਣਾ ਰਹੀ ਹੈ। ਤੁਸੀਂ ਦੇਖੋਗੇ ਪੂਰੇ ਪੰਜਾਬ ਦਾ ਵਪਾਰ ਔਰ ਇੰਡਸਟਰੀ ਤਬਾਹ ਹੋ ਗਈ। ਤੁਸੀਂ ਦੱਸੋ ਇਹਨਾਂ ਨੇ ਕੀ ਪੈਕੇਜ ਦਿੱਤਾ ਪਿਛਲੇ 5 ਸਾਲਾਂ ਦੇ ਵਿੱਚ? ਕਿਹੜੀ ਇੰਡਸਟਰੀ ਪੰਜਾਬ 'ਚ ਲੈ ਕੇ ਆਏ? ਕਿਹੜੀ ਇਨਵੈਸਟਮੈਂਟ ਹੋਈ? ਉਹ ਤੁਸੀਂ ਕੋਈ ਭਾਈ ਵਾਈਟ ਪੇਪਰ ਤਾਂ ਜਾਰੀ ਕਰੋ। ਦੀਵਾਨ ਜੀ ਪੂਰਨ ਕਰਜ਼ ਮਾਫੀ ਤੇ ਲੋਕ ਬੀਜੇਪੀ ਨੂੰ ਵੋਟ ਕਿਵੇਂ ਪਾਉਣ? ਕੋਈ ਪਲਾਨ ਹੈ ਬੀਜੇਪੀ ਕੋਲ? ਬਈ ਪੂਰਨ ਕਰਜ਼ ਮਾਫੀ ਦਾ ਵਾਅਦਾ ਅਸੀਂ ਤਾਂ ਨਹੀਂ ਕੀਤਾ। ਗੁਟਕਾ ਸਾਹਿਬ ਤੇ ਮੰਗ ਤਾਂ ਫਿਰ ਦੇਖੋ ਬਰਕਰਾਰ ਰਹੇਗੀ ਨਾ। ਹਾਲਾਂਕਿ ਚਰਨਜੀਤ ਸਿੰਘ ਚੰਨੀ ਤੱਕ ਮੰਗ ਰੱਖੀ ਗਈ ਹੈ, ਜੇ ਪੂਰੀ ਹੁੰਦੀ ਹੈ ਤਾਂ ਠੀਕ ਹੈ, ਨਹੀਂ ਕਹਿੰਦੇ ਮੋਰਚੇ ਲਗਾਤਾਰ ਜਾਰੀ ਨੇ। ਫਿਰ ਇਹ ਰੇੜਕਾ ਸਰ 22 ਦੀ ਇਲੈਕਸ਼ਨ ਤੱਕ ਤਾਂ ਚੱਲੇਗਾ ਨਾ। ਜੇ ਕਾਂਗਰਸ ਸਰਕਾਰ ਨਹੀਂ ਵਾਅਦਾ ਪੂਰਾ ਕਰਦੀ ਤਾਂ ਸਭ ਨਾਲੋਂ ਵੱਡੀ ਬੇਅਦਬੀ ਹੈ ਗੁਟਕਾ ਸਾਹਿਬ ਦੀ ਕਾਂਗਰਸ ਵੱਲੋਂ, ਸਭ ਨਾਲੋਂ ਵੱਡੀ ਬੇਅਦਬੀ। ਜੇ 1600 ਕਿਸਾਨਾਂ ਦਾ ਜਿਹੜੇ ਆਤਮ ਹੱਤਿਆ ਕਰ ਗਏ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਨਹੀਂ ਮਿਲਦਾ ਤੇ ਠੀਕ ਹੈ, ਗੁਰੂ ਸਾਹਿਬ ਦੀ ਬੇਅਦਬੀ ਹੈ ਜੇਕਰ ਵਾਅਦਾ ਪੂਰਾ ਨਹੀਂ ਹੁੰਦਾ। ਬੀਜੇਪੀ ਨੇ ਸਵਾਲ ਚੁੱਕਿਆ। ਗਰਗ ਸਾਹਿਬ ਠੀਕ ਮੰਨਦੇ ਹੋ? ਜੀ
ਦੇਖੋ ਮੈਂ ਨਾ ਅੱਜ ਸਿਆਸਤ ਤੋਂ ਜ਼ਿਆਦਾ ਇਹ ਮੁੱਦਾ ਜਿਹੜਾ ਸੀਰੀਅਸ ਹੈਗਾ ਉਸ ਦੇ ਉੱਤੇ ਗੱਲ ਕਰਨੀ ਚਾਹਾਂਗਾ। ਗੱਲ ਇਹ ਹੈਗੀ ਹੈ, ਤੁਸੀਂ ਦੇਖੋ ਜਿੱਦਾਂ ਭੰਗੂ ਸਾਹਿਬ ਨੇ ਵੀ ਗੱਲ ਆਖੀ, ਤੇ ਪੰਜਾਬ ਦੇ ਵਿੱਚ ਕੀ ਹਿੰਦੁਸਤਾਨ ਦੇ ਵੀ ਸਾਰਿਆਂ ਤੋਂ ਪਹਿਲਾਂ ਜੇਕਰ ਕਿਸੇ ਰਾਜਨੀਤਿਕ ਪਾਰਟੀ ਨੇ ਕਿਹਾ ਸੀ ਕਿ ਜਿਹੜਾ ਚੋਣ ਮੈਨੀਫੈਸਟੋ ਉਹ ਲੀਗਲ ਹੋਣਾ ਚਾਹੀਦਾ, ਤਾਂ ਆਮ ਆਦਮੀ ਪਾਰਟੀ ਨੇ ਕਿਹਾ ਸੀ। ਅਸੀਂ ਅੱਜ ਵੀ ਇਸ ਦੇ ਉੱਤੇ ਸਟੈਂਡ ਕਰਦੇ ਹਾਂ। ਪਰ ਇੱਕ ਮੈਂ ਜਿਹੜਾ ਮੁੱਦਾ ਉਭਾਰਨਾ ਚਾਹੁੰਦਾ ਵਾਂ ਕ੍ਰਿਸ਼ਨ ਜੀ, ਮੈਂ ਅਰੋੜਾ ਸਾਹਿਬ ਦੀ ਗੱਲ ਦਾ ਵੀ ਜਵਾਬ ਦਿਆਂਗਾ ਕਿ ਜਿਹੜੀ ਪੰਜਾਬ ਹੈ, ਪੰਜਾਬ ਦੇ ਇੱਕ ਅਗਰੇਰੀਅਨ ਸਟੇਟ ਹੈ, ਔਰ ਸਾਡੀ 25% ਜਿਹੜੀ ਆਰਥਿਕਤਾ ਹੈਗੀ ਹੈ ਉਹ ਖੇਤੀਬਾੜੀ ਦੇ ਉੱਤੇ ਨਿਰਭਰ ਕਰਦੀ ਹੈਗੀ ਹੈ। ਇੰਨਾ ਇੰਪੋਰਟੈਂਟ ਸੈਕਟਰ ਹੈਗਾ, ਔਰ ਪੰਜਾਬ ਦੀ ਕੋਈ ਐਗਰੀਕਲਚਰ ਪਾਲਿਸੀ ਨਹੀਂ ਹੈਗੀ। ਔਰ ਤੁਸੀਂ ਦੇਖੋ ਮਤਲਬ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਕਹਿਣ ਨੂੰ ਜਿਹੜਾ ਹੈਗਾ ਖੇਤੀਬਾੜੀ ਯਾਨੀ ਕਿ ਸੂਬਾ ਹੈਗਾ, ਦੂਜੇ ਬੰਨੇ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਖੇਤੀਬਾੜੀ ਅਫਸਰਾਂ ਦੀਆਂ ਅਸਾਮੀਆਂ ਖਾਲੀ ਪਈਆਂ ਹੈਗੀਆਂ। ਸਾਡੀ ਇੱਕੋ ਇੱਕ ਯਾਨੀ ਕਿ ਐਗਰੀਕਲਚਰ ਯੂਨੀਵਰਸਿਟੀ ਹੈਗੀ ਹੈ ਲੁਧਿਆਣੇ ਦੀ, PAU, ਉਹਦੇ ਕੀ ਹਾਲਾਤ ਨੇ, ਕਿੱਦਾਂ ਦੀ ਉੱਥੇ ਰਿਸਰਚ ਹੁੰਦੀ ਹੈ, ਉਹਦੇ ਹਾਲਾਤਾਂ ਤੋਂ ਅਸੀਂ ਸਾਰੇ ਵਾਕਿਫ ਹੈਗੇ ਆ। ਰਾਜਨੀਤੀ ਸਾਰੀਆਂ ਪਾਰਟੀਆਂ ਕਿਸਾਨਾਂ ਦੇ ਨਾਂ ਤੇ ਕਰਦੀਆਂ ਨੇ, ਪਰ ਦੂਸਰੇ ਬੰਨੇ ਕਿਸਾਨਾਂ ਦੀ ਜਿਹੜਾ ਹੈਗਾ ਸਭ ਤੋਂ ਵੱਡਾ ਜਿਹੜਾ ਇਸ ਟਾਈਮ ਜੇ ਪੀੜਤ ਹੈ ਤਾਂ ਕਿਸਾਨ ਹੈਗਾ। ਮਾਹੌਲ ਇਸ ਤਰ੍ਹਾਂ ਦਾ ਸਿਰਜਿਆ ਜਾ ਰਿਹਾ, ਖਾਸ ਕਰਕੇ ਕਾਲੇ ਕਾਨੂੰਨਾਂ ਤੋਂ ਬਾਅਦ, ਕਿ ਕਿਸਾਨ ਨੂੰ ਕਿਸ ਤਰ੍ਹਾਂ ਨਾਲ ਪ੍ਰਤਾੜਿਤ ਕੀਤਾ ਜਾਵੇ। ਅਸੀਂ ਰੀਸੈਂਟਲੀ ਦੇਖਿਆ ਕਿ ਪੰਜਾਬ ਦੇ ਵਿੱਚ ਮੀਂਹ ਪਿਆ, ਉਹਦੇ ਨਾਲ ਜਿਹੜੀ ਕਟਾਈ ਝੋਨੇ ਦੀ ਲੇਟ ਹੋਈ। ਅੱਜ ਵੀ ਯਾਨੀ ਕਿ 20 ਤੋਂ ਲੈ ਕੇ 25% ਝੋਨੇ ਦੀ ਹਾਲੇ ਜਿਹੜੀ ਹੈ ਉਹ ਖਰੀਦ ਰਹਿੰਦੀ ਹੈ, ਲੇਕਿਨ ਕੇਂਦਰ ਸਰਕਾਰ ਨੇ ਖਰੀਦ ਬੰਦ ਕਰ ਦਿੱਤੀ। ਔਰ ਅੱਜ ਦੀ ਮੀਟਿੰਗ ਦੇ ਵਿੱਚ ਇਹ ਵੀ ਇੱਕ ਮੁੱਦਾ ਸੀ। ਔਰ ਦੂਸਰੇ ਬੰਨੇ ਜੇ ਅਸੀਂ ਗੱਲ ਕਰੀਏ ਅੱਜ DAP, ਜਿਹਦਾ ਕਿ ਸਾਨੂੰ ਪਹਿਲਾਂ ਹੀ ਪਤਾ ਹੁੰਦਾ ਕਿ ਸਾਨੂੰ 5.5 ਲੱਖ ਮੀਟ੍ਰਿਕ ਟਨ ਜਿਹੜੀ DAP ਦੀ ਜ਼ਰੂਰਤ ਹੈਗੀ ਹੈ, ਅੱਜ ਉਹਦੀ ਸ਼ਾਰਟੇਜ ਇੰਨੀ ਕਿਉਂ ਹੈਗੀ ਹੈ? ਔਰ ਉਹਦੇ ਨਾਲ ਜਿਹੜੀ ਸਮਾਂ ਆਪਣੇ ਸਿਰਫ 2-3 ਮਿੰਟ ਨੇ। ਮੈਂ ਇੱਕ ਸਵਾਲ ਤੁਹਾਨੂੰ ਪੁੱਛਣ ਲੱਗਿਆ, ਫਿਰ ਮੈਂ ਗਿਲਤੀਆਂ ਸਭ ਤੋਂ ਰਿਐਕਸ਼ਨ ਲਵਾਂਗਾ। ਗਰਗ ਸਾਹਿਬ, ਆਮ ਆਦਮੀ ਪਾਰਟੀ ਦਾ ਰੋਡ ਮੈਪ ਹੈ? ਦੱਸੋ ਸਰ, ਦੱਸੋ। ਦੇਖੋ, ਖੇਤੀ ਸੁਧਾਰ ਜਿਹੜੇ ਉਹ ਸਾਰਾ ਸਿਸਟਮ ਤਿਆਰ ਹੋਣਾ ਚਾਹੀਦਾ ਹੈ। ਕਰਜ਼ ਮੁਆਫੀ ਦੇ ਮੁੱਦੇ ਤੇ ਰੋਡ ਪਲਾਨ ਹੈ ਕੀ ਹੈ? ਦੇਖੋ, ਜਿੱਥੋਂ ਤੱਕ ਖੇਤੀਬਾੜੀ ਦਾ ਸਿਸਟਮ ਹੈਗਾ, ਮੈਂ ਕ੍ਰਿਸ਼ਨ ਜੀ ਤੁਹਾਨੂੰ ਬਿਲਕੁਲ ਤੁਹਾਡੇ ਚੈਨਲ ਦੇ ਉੱਤੇ ਕਲੀਅਰ ਕਰਦਾ ਹੈਗਾ। ਅਸੀਂ ਬਿਲਕੁਲ ਜਦੋਂ ਲੋਕਾਂ ਦੇ ਵਿੱਚ 2022 ਦੇ ਵਿੱਚ ਵੀ ਜਾਵਾਂਗੇ, ਉਹਦਾ ਆਪਣਾ ਰੋਡ ਮੈਪ ਬਿਲਕੁਲ ਯਾਨੀ ਕਿ ਕਿਸਾਨ ਜਥੇਬੰਦੀਆਂ ਦੇ ਸਾਹਮਣੇ ਔਰ ਕਿਸਾਨਾਂ ਦੇ ਸਾਹਮਣੇ ਔਰ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖਾਂਗੇ। ਸਾਨੂੰ ਇਹ ਪਤਾ ਹੈਗਾ ਕਿ ਜੇ ਪੰਜਾਬ ਨੂੰ ਆਰਥਿਕ ਤੌਰ ਤੇ ਬਚਾਉਣਾ ਹੈਗਾ, ਪੰਜਾਬ ਨੂੰ ਜਿਉਂਦਾ ਰੱਖਣਾ, ਤਾਂ ਕਿਸਾਨ ਦਾ ਜਿਉਂਦਾ ਰਹਿਣਾ ਬਹੁਤ ਜ਼ਰੂਰੀ ਹੈਗਾ, ਤੇ ਉਹਦੇ ਲਈ ਖੇਤੀਬਾੜੀ ਦੇ ਜਿਹੜੇ ਸੁਧਾਰ ਕਰਨੇ ਬਹੁਤ ਜ਼ਰੂਰੀ ਹੈਗੇ ਆ। ਜਿੱਥੋਂ ਤੱਕ ਠੀਕ ਹੈ, ਖੇਤੀਬਾੜੀ ਦੇ ਸੁਧਾਰ ਜ਼ਰੂਰ ਨੇ। ਗਿਲਤੀਆਂ ਸਾਹਿਬ, ਸਰ 30-35 ਦਿਨ ਤੁਹਾਡੇ ਕੋਲ ਰਹਿ ਗਏ ਹੈ। ਦੇਖੋ, ਆਮ ਆਦਮੀ ਪਾਰਟੀ BJP ਕਹਿ ਰਹੀ ਹੈ ਸਰਕਾਰ ਨੂੰ ਮੰਗ ਪੂਰੀ ਕਰਨੀ ਚਾਹੀਦੀ ਹੈ। ਤੁਸੀਂ ਮੈਨੀਫੈਸਟੋ 'ਚ ਵਾਅਦਾ ਕੀਤਾ ਸੀ, ਕੈਪਟਨ ਸਾਹਿਬ ਖੜੇ ਸੀ, ਮਨਮੋਹਨ ਸਿੰਘ ਜੀ ਖੜੇ ਸੀ, तमाम ਦੇਖੋ ਤੁਹਾਡੀ ਸੀਨੀਅਰ ਲੀਡਰਸ਼ਿਪ ਖੜੀ ਸੀ। ਸਵਾਲ ਤਾਂ ਚੰਨੀ ਸਾਹਿਬ ਤੋਂ ਹੋਣਗੇ ਨਾ ਫਿਰ? ਕਿਸ਼ਨ ਜੀ ਇਹ ਅੱਜ ਦੋਨੇ ਧਿਰਾਂ ਬੈਠੀਆਂ, ਅਕਾਲੀ ਦਲ ਤੇ BJP ਵਾਲੇ। ਮੇਰਾ ਇੱਕ ਸਵਾਲ ਹੈ ਇਹਨਾਂ ਨੂੰ ਕਿ ਮਨਮੋਹਨ ਸਿੰਘ ਸਰਕਾਰ ਸੀ ਜਦੋਂ UPA ਗਵਰਨਮੈਂਟ ਦੇ ਵਿੱਚ, ਤੇ 90,000 ਕਰੋੜ ਦੇ ਕਰੀਬ ਉਦੋਂ ਕਿਸਾਨਾਂ ਦਾ ਮਾਫ ਕਰਕੇ ਗਈ। ਅਸੀਂ ਸਰਕਾਰ ਚਾਹੇ 5,500 ਕਰੋੜ ਦੇ ਅਸੀਂ ਮਾਫ ਕੀਤਾ, ਤੇ 590 ਕਰੋੜ ਬੇਜ਼ਮੀਨਾ ਮਜ਼ਦੂਰਾਂ ਦਾ ਮਾਫ ਕੀਤਾ। ਮੇਰਾ ਦੋਨਾਂ ਪਾਰਟੀਆਂ ਨੂੰ ਸਵਾਲ ਹੈ ਕਿ ਤੁਸੀਂ ਦੱਸ ਦਿਓ, ਦੋਨੇ ਸਰਕਾਰਾਂ ਉਹ 10 ਸਾਲ ਰਹੇ, ਇਹ 10ਵੀਂ ਇਹਨਾਂ ਦਾ ਸੈਕੰਡ ਟੈਨਿਓਰ ਚੱਲ ਰਿਹਾ, ਇਹਨਾਂ ਨੇ ਕਿਸਾਨਾਂ ਦਾ ਕਿੰਨਾ ਕਰਜ਼ਾ? ਠੀਕ ਹੈ ਮੈਨੀ ਸਾਹਿਬ, ਆਖਰੀ ਰਿਐਕਸ਼ਨ। ਮੈਨੀ ਸਾਹਿਬ, ਆਖਰੀ ਰਿਐਕਸ਼ਨ। ਦੇਖੋ, ਵਾਰ-ਵਾਰ ਮੁੜ ਤੋਂ ਹੀ ਤੁਹਾਡੇ ਕਾਰਜਕਾਲ ਤੇ ਸਵਾਲ ਕਾਂਗਰਸ ਚੁੱਕ ਰਹੀ ਹੈ। ਆਖਰੀ ਰਿਐਕਸ਼ਨ, ਫਿਰ ਆਪਾਂ ਸਮਾਪਤੀ ਕਰਦੇ ਹਾਂ। ਮੈਂ ਤੇ ਕਿਸ਼ਨ ਸਿੰਘ ਜੀ ਇਹ ਕਹਿਣਾ ਵੀ ਜਿਹੜੀ ਇਹਨਾਂ ਦੀ ਸਰਕਾਰ ਆ, ਇਹ ਗਿਲਜੀਆਂ ਸਾਹਿਬ ਤੇ ਅੱਜ ਮੈਨੂੰ ਫਸਟ ਟਾਈਮ ਮੈਂ ਇਹਨਾਂ ਨੂੰ ਮਿਲਿਆ ਇੱਥੇ ਡਿਬੇਟ ਦੇ ਵਿੱਚ। ਜਿਹੜੀ ਸਰਕਾਰ ਦਾ ਮੁਖੀ ਝੂਠ ਬੋਲਦਾ, ਜਿੰਨੇ ਮਰਜ਼ੀ ਇਹਨਾਂ ਨੇ ਪਲਾਨ ਕਰ ਲਏ, ਜਿੰਨੇ ਮਰਜ਼ੀ ਐਲਾਨ ਕਰ ਲਏ, ਇਹਨਾਂ ਨੂੰ ਪਤਾ ਅਸੀਂ ਪੂਰਾ ਕੋਈ ਨਹੀਂ ਕਰਨਾ। 2-3 ਗੱਲਾਂ ਹੈਗੀਆਂ। ਦੇਖੋ, ਆਪਾਂ ਰੋਜ਼ ਡਿਬੇਟ ਪੰਜਾਬ 'ਚ ਸੁਖਬੀਰ ਸਿੰਘ ਬਾਦਲ ਨੂੰ ਗੱਪੀ ਦੇ ਨਾਮ ਨਾਲ ਕਿਹਾ ਜਾਂਦਾ ਸੀ, ਉਹਨੂੰ ਗੱਪੀ ਦਾ ਇੱਕ ਟਾਈਟਲ ਦਿੱਤਾ ਗਿਆ ਸੀ। ਤੁਸੀਂ ਕਿਸੇ ਨੂੰ ਝੂਠਾ ਨਾ ਕਹੋ। ਸਭ ਤੋਂ ਪਹਿਲਾਂ ਇਹਨਾਂ ਨੇ ਰੇਤਾ ਦਾ ਨਾ ਜੀ 5.5 ਰੁਪਏ ਸਾਰੇ ਪੰਜਾਬ ਦੇ ਵਿੱਚ ਬੋਰਡ ਲਾਏ ਇਹਨਾਂ ਨੇ। ਇਹਨਾਂ ਨੂੰ ਸਾਰੇ ਪੈਨਲਿਸਟ ਨੂੰ ਪੁੱਛੋ ਕਿੰਨੇ ਦਾ ਰੇਤਾ ਗੱਪੀ ਦਾ ਟਾਈਟਲ ਪੰਜਾਬ। ਚਲੋ ਠੀਕ ਹੈ, ਪੰਜਾਬ ਦੇ ਲੋਕ ਕੀ ਕਹਿੰਦੇ ਨੇ ਕਿ ਨਹੀਂ ਕਹਿੰਦੇ, ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ। ਬਹੁਤ ਸ਼ੁਕਰੀਆ, ਤੁਹਾਡਾ ਸਮਾਂ ਇਜਾਜ਼ਤ ਨਹੀਂ ਦਿੰਦਾ। ਕਿਸਾਨਾਂ ਦੇ ਮੁੱਦੇ ਤੇ ਮੰਥਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਹੋਇਆ ਹੈ। ਇਹ ਮੰਥਨ 17 ਮੁੱਦਿਆਂ ਤੇ ਤਾਂ ਸਹਿਮਤੀ ਪ੍ਰਗਟ ਕਰਕੇ ਹੈ, ਪਰ ਇੱਕ ਸਭ ਤੋਂ ਵੱਡਾ ਮੁੱਦਾ ਸੀ ਕਿ ਪੂਰਨ ਕਰਜ਼ ਮਾਫੀ ਹੋ ਸਕਦਾ ਹੈ ਕਿ ਹਕੂਮਤ ਦੇ ਗਲੇ ਦੀ ਹੱਡੀ ਸਾਬਤ ਹੋਵੇ, ਕਿਉਂਕਿ ਵੱਡਾ ਕਰਜ਼ਾ ਪੰਜਾਬ ਦੇ ਸਿਰ ਤੇ ਹੈ। ਸੋ ਵੱਡੀ ਰਕਮ ਮਾਫ ਕਰਨ ਦੀ ਗੱਲ ਪੂਰਨ ਤੌਰ ਤੇ ਕਿਸਾਨ ਕਹਿ ਰਹੇ ਨੇ। ਬਹੁਤ ਸ਼ੁਕਰੀਆ। ਕ੍ਰਿਸ਼ਨ ਸਿੰਘ ਨੂੰ ਆਗਿਆ ਦਿਓ, ਕੱਲ ਨਵੇਂ ਕਿਸੇ ਮੁੱਦੇ ਨਾਲ ਮੁੜ ਤੋਂ ਹਾਜ਼ਰ ਹੋਵਾਂਗੇ।